ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਤੱਕ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਦਾ ਸਰਵਣ ਕੀਤਾ ਸੀ ਕਿ ਗੁਰੂ ਨਾਨਕ ਪਾਤਸ਼ਾਹ ਜੀ, ਭਾਈ ਮਰਦਾਨਾ ਜੀ ਔਰ ਭਾਈ ਬਾਲਾ ਜੀ ਜਦੋਂ ਉਸ ਬਾਲਕ ਨੇ ਚਣਿਆਂ ਦੇ ਖੇਤ ਵਿੱਚੋਂ ਕੁਝ ਕਬੂਟੇ ਪੁੱਟ ਕੇ ਅੱਗ ਬਾਲ ਕੇ ਤੇ ਉੱਥੇ ਚਣਿਆਂ ਨੂੰ ਭੁੰਨ ਕੇ ਗੁਰੂ ਨਾਨਕ ਸਾਹਿਬ ਜੀ ਦੇ ਸਨਮੁਖ ਅਰਪਣ ਕੀਤਾ। ਮਾਲਕ ਪਾਤਸ਼ਾਹ ਜੀ ਨਾਲੇ ਭਾਈ ਮਰਦਾਨਾ ਜੀ ਉਹਨਾਂ ਨੂੰ ਛਕਦੇ ਨੇ, ਉਹਨਾਂ ਨੂੰ ਛਕਣ ਵਾਸਤੇ ਆਖਦੇ ਨੇ, ਔਰ ਨਾਲੇ ਸਤਿਗੁਰੂ ਜੀ ਉਸ ਬਾਲਕ ਦੀ ਉਦਾਰਤਾ ਨੂੰ ਵੇਖਦਿਆਂ ਹੋਇਆਂ ਉਹਨੂੰ ਸੁਲਤਾਨੀ ਦੀ ਬਖਸ਼ਿਸ਼ ਸਤਿਗੁਰੂ ਜੀ ਕਰਦੇ। ਬਾਲਕ ਰਾਤ ਸਾਰੀ ਉੱਥੇ ਖੇਤਾਂ ਵਿੱਚ ਬਤੀਤ ਕਰਦਾ ਹੈ ਔਰ ਨਗਰ ਦਾ ਜਿਹੜਾ ਰਾਜਾ ਹੈ ਉਸ ਰਾਜੇ ਦੇ ਘਰ ਵਿੱਚ ਨਾ ਕੋਈ ਔਲਾਦ ਹੈ ਔਰ ਉਹ ਰਾਜਾ ਵੀ ਚੜ੍ਹਾਈ ਕਰ ਜਾਂਦਾ ਹੈ। ਔਰ ਨਗਰ ਦੇ ਵਿੱਚ ਰਾਜੇ ਦੀ ਨਿਯੁਕਤੀ ਦੀ ਬਾਤ ਚੱਲੀ ਤੇ ਇਹ ਬਾਤ ਪੱਕਿਆਂ ਕੀਤੀ ਗਈ ਵੀ ਜਿਹੜਾ ਆਪਣੇ ਨਗਰ ਦੇ ਵਿੱਚ ਸਭ ਤੋਂ ਪਹਿਲਾਂ ਨਗਰ ਦਾ ਦਰਵਾਜ਼ਾ ਪ੍ਰਵੇਸ਼ ਕਰੇਗਾ ਉਹਨੂੰ ਬਾਦਸ਼ਾਹੀ ਸੁਲਤਾਨੀ ਦੇ ਦਿੱਤੀ ਜਾਏਗੀ। ਉਹ ਬਾਲਕ ਸਾਰੀ ਰਾਤ ਖੇਤਾਂ ਵਿੱਚ ਬਤੀਤ ਕਰਦਾ। ਜਦੋਂ ਸਵੇਰ ਹੋਣ ਦੇ ਉੱਤੇ ਗਿਆ ਤੇ ਸਭ ਤੋਂ ਪਹਿਲਾਂ ਨਗਰ ਦੇ ਦਰਵਾਜ਼ੇ ਵਿੱਚ ਬਾਲਕ ਦਾਖਲ ਹੋਇਆ ਤੇ ਬਾਦਸ਼ਾਹੀ ਉਸੇ ਨੂੰ ਦਿੱਤੀ ਗਈ। ਉਹ ਸੁਲਤਾਨੀ ਸੰਭਾਲਦਾ ਔਰ ਮਾਲਕ ਪਾਤਸ਼ਾਹ ਜੀ ਉੱਥੋਂ ਅਗਾਂਹ ਜਦੋਂ ਤੁਰਦੇ ਤੇ ਸਤਿਗੁਰੂ ਜੀ ਨੂੰ ਰਸਤੇ ਵਿੱਚ ਇੱਕ ਵਪਾਰੀ ਮਿਲਦਾ। ਉਸ ਵਪਾਰੀ ਦੇ ਨਾਲ ਮਾਲਕ ਪਾਤਸ਼ਾਹ ਜੀ ਵਿਚਾਰ ਚਰਚਾ ਕਰਦੇ ਤੇ ਉਹਦੇ ਹੱਥ ਵਿੱਚ ਫੜੇ ਹੋਏ ਜਿਹੜੇ ਵੱਟੇ ਸਨ ਉਹਨਾਂ ਨੂੰ ਸਤਿਗੁਰੂ ਜੀ ਆਪਣੇ ਘਰ ਕਮਲਾਂ ਵਿੱਚ ਲੈ ਕੇ ਤੇ ਇਕੱਲੇ ਇਕੱਲੇ ਵੱਟੇ ਦਾ ਨਾਮ ਪੁੱਛਦੇ ਨੇ। ਔਰ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੇ ਉਹਨੂੰ ਪਾਈਏ ਦੇ ਵੱਟੇ ਦਾ ਪੁੱਛਿਆ ਜ਼ਿਕਰ ਤੇ ਮਾਲਕ ਪਾਤਸ਼ਾਹ ਜੀ ਨੂੰ ਜਦੋਂ ਦੱਸਦਾ ਤੇ ਸਾਹਿਬ ਕਹਿੰਦੇ ਵੀ ਕਿੰਨਾ ਸੋਹਣਾ ਇਹ ਵੱਟਾ ਜਿਹਨੇ ਆਪਣਾ ਆਪਾ ਗਵਾ ਕੇ ਸਾਰਿਆਂ ਦੇ ਵਿੱਚ ਸਿਰਮੌਰਤਾ ਜਿਹੜੀ ਉਹ ਹਾਸਲ, ਮਤਲਬ ਗੁਰੂ ਸਾਹਿਬ ਨਿਮਰਤਾ ਦੀ ਬਾਤ ਕਰਕੇ ਉੱਥੇ ਸਮਝਾਉਂਦੇ। ਔਰ ਉਹ ਵਪਾਰੀ ਗੁਰੂ ਨਾਨਕ ਸਾਹਿਬ ਅੱਗੇ ਸੀਸ ਨਵਾ ਕੇ ਮਾਲਕ ਪਾਤਸ਼ਾਹ ਜੀ ਤੋਂ ਉਪਦੇਸ਼ ਲੈਂਦਾ ਔਰ ਉਹ ਤੋਂ ਅਗਾਂਹ ਧੰਨ ਗੁਰੂ ਨਾਨਕ ਸਾਹਿਬ ਜੀ ਅਗਲੇ ਮਾਰਗ ਉੱਤੇ ਚੱਲ ਪੈਂਦੇ। ਇੱਥੋਂ ਤੱਕ ਇਤਿਹਾਸ ਸਾਹਿਬ ਸੰਗਤਾਂ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤਾ ਸੀ। ਆਓ ਗੁਰੂ ਪਿਆਰ ਵਾਲਿਓ, ਅਗਾਂਹ ਧੰਨ ਗੁਰੂ ਨਾਨਕ ਸਾਹਿਬ ਜੀ ਕਿਸ ਇਲਾਕੇ ਵਿੱਚ ਚੱਲ ਕੇ ਜਾਂਦੇ ਨੇ ਔਰ ਕਿਹੜਾ ਪਾਵਨ ਉਪਦੇਸ਼ ਹੈ ਜੋ ਸਤਿਗੁਰੂ ਜੀ ਆਪਣੀ ਬਾਣੀ ਦੇ ਰਾਹੀਂ ਬਖਸ਼ਿਸ਼ ਕਰਦੇ ਨੇ। ਆਓ ਆਪਾਂ ਅਗਲੇਰੇ ਪ੍ਰਸੰਗ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਪਾਤਸ਼ਾਹ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੇ ਇਤਿਹਾਸ ਔਰ ਆਪਣੀ ਬਾਣੀ ਦੀਆਂ ਵਿਚਾਰਾਂ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ। ਅਸੀਸ ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਸਤਿਗੁਰੂ ਜੀ ਕੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਵਲੋਕਤ ਬੋਲਿਓ ਮਰਦਾਨਾ, ਸ਼੍ਰੀ ਪ੍ਰਭ ਇਹ ਉਦਿਆਨ ਮਹਾਨਾ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਰਚੇਤਾ ਸ਼੍ਰੀ ਨਾਨਕ ਪ੍ਰਕਾਸ਼, ਉਹਨਾਂ ਨੇ ਇਤਿਹਾਸ ਦੀ ਲੜੀ ਨੂੰ ਅਗਾਂਹ ਤੋਰਿਆ ਔਰ ਲੜੀ ਨੂੰ ਜੋੜਦਿਆਂ ਹੋਇਆਂ ਕਵੀ ਜੀ ਨੇ ਜ਼ਿਕਰ ਕੀਤਾ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ ਜਦੋਂ ਚੱਲ ਕੇ ਜਾ ਰਹੇ ਨੇ, ਤੁਰੇ ਜਾਂਦਿਆਂ ਰਸਤੇ ਦੇ ਵਿੱਚ ਉਦਿਆਨ ਵਰਗਾ ਇੱਕ ਅਸਥਾਨ ਆਇਆ ਜਿਹਨੂੰ ਦੇਖ ਕੇ ਤੇ ਧੰਨ ਗੁਰੂ ਨਾਨਕ ਸਾਹਿਬ ਜੀ ਅੱਗੇ ਭਾਈ ਮਰਦਾਨਾ ਜੀ ਨੇ ਸਵਾਲ ਕੀਤਾ ਵੀ ਮਾਲਕ ਜੀ ਉਹ ਆਪਾਂ ਕਿਸ ਪਾਸੇ ਚੱਲੇ ਹਾਂ, ਕਿਉਂਕਿ ਇਹ ਇਲਾਕਾ ਵੇਖਣ ਵਿੱਚ ਬਹੁਤ ਵੱਡਾ ਉਦਿਆਨ, ਬੜੀ ਵੱਡੀ ਉਜਾੜ ਨਜ਼ਰ ਆ ਰਹੀ ਹੈ ਵੀ ਇੱਥੇ ਕਿਸੇ ਵੀ ਪ੍ਰਕਾਰ ਕੋਈ ਜੀਵ ਨਜ਼ਰ ਨਹੀਂ ਪੈਂਦਾ। ਜਿਸ ਕੋ ਦੇਖ ਮਹਾਂ ਪੈ ਆਵੇ ਨਹ ਮਾਨੁਕ ਤਨ ਕਹੂੰ ਦਿਸਾਵੇ। ਵੀ ਇਹ ਤੇ ਇੰਨਾ ਕੁ ਵੱਡਾ ਉਜਾੜ ਨਜ਼ਰ ਆ ਰਿਹਾ ਵੀ ਜਿਹਨੂੰ ਵੇਖ ਕੇ ਬਹੁਤ ਡਰ ਵੀ ਮਹਿਸੂਸ ਹੋ ਰਿਹਾ, ਡਰ ਲੱਗ ਰਿਹਾ ਵੀ ਨਾ ਇੱਥੇ ਕੋਈ ਹੋਰ ਜੀਵ ਨਜ਼ਰ ਆਉਂਦਾ ਤੇ ਨਾ ਹੀ ਕੋਈ ਮਨੁੱਖ ਇੱਥੇ ਨਜ਼ਰ ਆ ਰਿਹਾ ਹੈ। ਸੁਣ ਕੇ ਬੋਲੇ ਕਿਰਪਾ ਨਿਦਾਨਾ ਇਹ ਨਹ ਲਖੋ ਉਜਾੜ ਮਹਾਨਾ। ਤੇ ਉਸ ਵਕਤ ਸਤਿਗੁਰੂ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਦੇ ਬਚਨ ਸੁਣ ਕੇ ਤੇ ਉਹਨਾਂ ਨੂੰ ਜਵਾਬ ਦਿੰਦੇ ਆਖਿਆ ਵੀ ਮਰਦਾਨਾ ਜੀ ਇਹਨੂੰ ਕੇਵਲ ਇਸ ਤਰੀਕੇ ਨਾਲ ਸਮਝੋ, ਇਹਨੂੰ ਉਜਾੜ ਨਾ ਸਮਝੋ, ਇਹ ਉਜਾੜ ਵਾਲਾ ਅਸਥਾਨ ਨਹੀਂ ਹੈ। ਵੱਡੋ ਨਗਰ ਬਸਦੀ ਅਬਰਾਮੂ ਸਿਮਰਨ ਹੋਤ ਜਹਾਂ ਸਤਨਾਮੂ। ਇਹ ਤੇ ਬਹੁਤ ਵੱਡਾ ਨਗਰ ਹੈ, ਬੜਾ ਸੋਹਣਾ ਇਹ ਵਸੇਬੇ ਵਾਲੀ ਥਾਂ ਹੈ ਕਿਉਂਕਿ ਜਿਸ ਜਗ੍ਹਾ ਦੇ ਉੱਤੇ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਚਿੰਤਨ ਹੁੰਦਾ ਹੈ। ਜਦੋਂ ਆਪਾਂ ਮਾਲਕ ਜੀ ਕੀ ਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਬਾਣੀ ਦੇ ਅੰਦਰ ਵੀ ਇਸ ਗੱਲ ਦਾ ਜ਼ਿਕਰ ਕਰਦੇ, ਜਿੱਥੇ ਨਾਮ ਜਪੀਆ ਪ੍ਰਭ ਪਿਆਰੇ ਸੇ ਅਸਥਲ ਸੋਇਨ ਚੌ ਬਾਰੇ। ਜਿੱਥੇ ਨਾਮ ਨਾ ਜਪੀਆ ਮੇਰੇ ਗੋਇੰਦਾ ਸੇ ਨਗਰ ਉਹ ਜਾੜੀ ਦੀ। ਉਹ ਨਗਰੀਆਂ ਵਸਦੀਆਂ ਹੋਈਆਂ ਵੀ ਉਜਾੜ ਨੇ ਜਿੱਥੇ ਰੱਬੀ ਚਿੰਤਨ ਨਹੀਂ, ਤੇ ਜਿਸ ਜਗ੍ਹਾ ਦੇ ਉੱਤੇ ਰੱਬੀ ਚਿੰਤਨ ਹੈ, ਰੱਬੀ ਯਾਦ ਹੈ, ਉਹ ਅਸਥਲ ਮਤਲਬ ਮਾਰੂਥਲ ਵਰਗੀ ਜਗ੍ਹਾ ਵੀ ਜਿਹੜੀ ਉਹ ਇਉਂ ਮਾਨੋ ਵੀ ਜਿਵੇਂ ਬਹੁਤ ਸੋਹਣੇ ਸੋਹਣੇ ਸੁੰਦਰ ਚੌਬਾਰੇ ਉਸ ਥਾਂ ਉੱਤੇ ਬਣੇ ਹੋਣ। ਮਤਲਬ ਇਹ ਹੈ ਜਿਹਨੂੰ ਆਪਾਂ ਮਾਲਕ ਜੀ ਕੀ ਬਾਣੀ 'ਚ ਪੜ੍ਹ ਲੈਂਦੇ ਹਾਂ, ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ। ਉਹ ਛਪਰੀ ਉਹ ਛੰਨ ਵੀ ਚੰਗੀ ਹੈ ਜਿਸ ਛੰਨ ਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਚਿੰਤਨ ਹੋਵੇ। ਪਰ ਜਿਸ ਮਹੱਲ ਦੇ ਵਿੱਚ ਰੱਬ ਜੀ ਕੀ ਯਾਦ, ਰੱਬ ਜੀ ਦਾ ਚਿੰਤਨ ਨਾ ਹੋਵੇ, ਉਸ ਮਹੱਲ ਨੂੰ ਵੀ ਸਤਿਗੁਰੂ ਪਾਤਸ਼ਾਹ ਜੀ ਮਰਹਟ ਦਾ ਜ਼ਿਕਰ ਕਰਦਿਆਂ ਹੋਇਆਂ ਉਸ ਅਸਥਾਨ ਉਸ ਮਹੱਲ ਨੂੰ ਵੀ ਕਬਰਸਤਾਨ ਦੇ ਬਰਾਬਰ ਹੀ ਦੱਸਦੇ ਨੇ। ਜਿਵੇਂ ਆਪਾਂ ਬਾਬਾ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਪੜ੍ਹਦੇ ਹਾਂ, ਉਹ ਜ਼ਿਕਰ ਕਰਦਿਆਂ ਕਹਿੰਦੇ ਕਬੀਰ ਜਿਹੇ ਘਰ ਸਾਧ ਨਾ ਸੇਵੀਐ ਹਰ ਕੀ ਸੇਵਾ ਨਾ ਹੈ ਤੇ ਘਰ ਮਰਹਟ ਸਾਰਖੇ ਭੂਤ ਬਸੈ ਤਿਨ ਮਾਹੇ। ਮਤਲਬ ਇਹ ਆ ਵੀ ਜਿੱਥੇ ਰੱਬੀ ਚਿੰਤਨ, ਚਾਹੇ ਅਸੀਂ ਸਰੀਰ ਦੀ ਗੱਲ ਕਰ ਲਈਏ ਤੇ ਚਾਹੇ ਮੰਦਰ ਦੀ ਗੱਲ, ਮੰਦਰ ਤੋਂ ਭਾਵ ਇਮਾਰਤ ਘਰ, ਜਿਸ ਕਾਇਆਂ ਦੇ ਅੰਦਰ ਰੱਬੀ ਯਾਦ ਨਹੀਂ ਹੈ, ਰੱਬੀ ਚਿੰਤਨ ਨਹੀਂ ਹੈ, ਉਹ ਘਰ ਉਹ ਕਾਇਆਂ ਵੀ ਕਿਸੇ ਕੰਮ ਦੀ ਨਹੀਂ ਹੈ, ਉਹ ਕਾਇਆਂ ਵੀ ਉਜਾੜ ਹੈ। ਤੇ ਜਿਸ ਬਾਹਰੀ ਤੌਰ ਉੱਤੇ ਬਣੀ ਇਮਾਰਤ ਵਿੱਚ ਰੱਬੀ ਚਿੰਤਨ ਰੱਬੀ ਯਾਦ ਨਹੀਂ ਤੇ ਉਹ ਇਮਾਰਤ ਵੀ ਉਜਾੜ ਹੈ, ਉਹ ਇਮਾਰਤ ਵੀ ਕਿਸੇ ਲੇਖੇ ਵਿੱਚ ਨਹੀਂ। ਸਤਿਗੁਰੂ ਜੀ ਨੇ ਉੱਥੇ ਜ਼ਿਕਰ ਕਰਦੇ ਹਾਂ ਭਾਈ ਮਰਦਾਨਾ ਜੀ ਨੂੰ ਬਚਨ ਕਹਿੰਦੇ ਹੋਇਆਂ ਸਤਿਗੁਰੂ ਜੀ ਆਖਦੇ ਨੇ ਵੀ ਮਰਦਾਨਾ ਜੀ ਇਹ ਅਸਥਾਨ ਬਹੁਤ ਸੋਹਣਾ ਸੁੰਦਰ ਨਗਰ ਹੈ ਜਿੱਥੇ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਯਾਦ ਵਿੱਚ ਰੋਜ਼ ਜੁੜ ਕੇ ਬੈਠਦੇ ਹਨ। ਜਾਂ ਪਰਮੇਸ਼ਰ ਚੇਤਨ ਆਵੇ ਸੋ ਵਸਦੀ ਉਦਿਆਨ ਲਖਾਵੇ। ਜਿੱਥੇ ਪਰਮੇਸ਼ਵਰ ਚਿਤ ਨਹੀਂ ਨਾ ਆਉਂਦਾ ਉਹ ਵਸਦੀ ਹੋਈ ਵੀ ਉਜਾੜ ਸਮਝੋ, ਉਹ ਵਸਦੀ ਨਗਰੀ ਵੀ ਉਜਾੜ ਹੈ ਜਿਸ ਨਗਰੀ ਵਿੱਚ ਰੱਬ ਜੀ ਕੀ ਯਾਦ ਨਹੀਂ ਹੈ। ਹਰਖਣਾ ਹੋਵੇ ਤਹਾਂ ਕਦਾਈ ਜਹਾਂ ਨਾ ਕਬਹੂ ਪ੍ਰਭ ਗੁਣ ਗਾਈ। ਕਹਿੰਦੇ ਉਸ ਨਗਰੀ ਦੇ ਵਿੱਚ ਕਦੇ ਖੁਸ਼ੀ ਨਹੀਂ ਹੁੰਦੀ ਜਾਂ ਉਹ ਨਗਰ ਕਦੇ ਖੁਸ਼ ਨਹੀਂ ਰਹਿੰਦਾ, ਹਰਖ ਵਿੱਚ ਨਹੀਂ ਆਉਂਦਾ ਜਿੱਥੇ ਕਦੇ ਖੁਦਾ ਨੂੰ ਯਾਦ ਨਾ ਕੀਤਾ ਜਾਵੇ।
ਜਿਹੜੇ ਘਰ ਦੇ ਵਿੱਚ ਖੁਦਾ ਨੂੰ ਯਾਦ ਨਾ ਕੀਤਾ ਜਾਵੇ ਉਸ ਘਰ ਵਿੱਚ ਖੁਸ਼ੀ ਨਹੀਂ ਆਉਂਦੀ। ਜਿਹੜੀ ਕਾਇਆਂ ਦੇ ਵਿੱਚ ਖੁਦਾ ਨੂੰ ਯਾਦ ਨਾ ਕੀਤਾ ਜਾਵੇ ਉਸ ਕਾਇਆਂ ਵਿੱਚ ਕਦੇ ਅਰੋਗਤਾ ਨਹੀਂ ਆਉਂਦੀ। ਤੇ ਜਿਹੜੇ ਅਸਥਾਨ ਉੱਤੇ ਕਦੇ ਖੁਦਾ ਨੂੰ ਚੇਤੇ ਨਾ ਕੀਤਾ ਜਾਵੇ ਉਹ ਅਸਥਾਨ ਵੀ ਕਦੇ ਭਲਾ ਨਹੀਂ ਹੁੰਦਾ, ਉੱਥੇ ਕਦੇ ਖੁਸ਼ੀ ਤੇ ਸੁੱਖ ਨਹੀਂ ਆਉਂਦਾ। ਸਿੱਧ ਸਾਧ ਜੋਗੀ ਜਤੀ ਤਪੀ ਰਹਿਤ ਸਭ ਨਾਮ। ਜਿੰਨੇ ਵੀ ਭਲੇ ਪੁਰਸ਼ ਨੇ, ਚਾਹੇ ਕੋਈ ਸਿੱਧ ਹੈ, ਚਾਹੇ ਕੋਈ ਸਾਧ ਹੈ, ਚਾਹੇ ਕੋਈ ਜਤੀ ਹੈ ਤੇ ਭਾਵੇਂ ਕੋਈ ਤਪੀ ਹੈ, ਇਹ ਜਿੰਨੇ ਨੇ, ਇਹ ਸਾਰਿਆਂ ਦਾ ਯਤਨ ਇਹੋ ਹੁੰਦਾ ਹੈ ਕਿ ਸਾਨੂੰ ਰੱਬ ਜੀ ਕੀ ਯਾਦ, ਰੱਬ ਜੀ ਦਾ ਚਿੰਤਨ ਮਿਲੇ। ਮਤਲਬ ਇਹ ਸਾਰੇ ਰੱਬ ਜੀ ਦਾ ਨਾਮ ਆਪਣੇ ਹਿਰਦਿਆਂ ਵਿੱਚ ਲੋਚਦੇ ਹਨ। ਜਗ ਕੇ ਸਵਾਦ ਵਿਸਾਰ ਕੈ ਤਿਆਗ ਗਏ ਨਿਜ ਧਾਮ। ਇਹਨਾਂ ਨੇ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਨਾਮ ਕਰਕੇ, ਰੱਬ ਜੀ ਕੇ ਚਿੰਤਨ ਕਰਕੇ ਜਗਤ ਦੇ ਜਿਹੜੇ ਸਾਰੇ ਸਵਾਦ ਨੇ ਉਹਨਾਂ ਨੂੰ ਵਿਸਾਰ ਦਿੱਤਾ। ਜਗਤ ਦੇ ਸਾਰੇ ਸਵਾਦਾਂ ਨੂੰ ਵਿਸਾਰਦਿਆਂ ਹੋਇਆਂ ਇਹਨਾਂ ਨੇ ਆਪਣੇ ਘਰ ਤੱਕ ਵੀ ਤਿਆਗ ਦਿੱਤੇ ਹਨ। ਇਹਦੇ ਨਾ ਪ੍ਰੇਮ ਸਮਾਏ ਸ਼੍ਰੀ ਨਾਨਕ ਤਨ ਭਗਤ ਤਰ। ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਪ੍ਰਤੀ ਪ੍ਰੇਮ ਨਹੀਂ ਸਮਾਇਆ, ਜਿਨ੍ਹਾਂ ਦੇ ਹਿਰਦਿਆਂ ਵਿੱਚ ਪਿਆਰ ਨਹੀਂ ਸਮਾਇਆ, ਉਹਨਾਂ ਦਾ ਧਰਿਆ ਹੋਇਆ ਤਨ ਵੀ ਕਿਸੇ ਲਿਖੇ ਨਹੀਂ ਹੈ। ਆਸਾ ਰਾਗ ਉਠਾਏ ਗਾਇਓ ਸ਼ਬਦ ਬਣਾਏ ਕੈ। ਹੁਣ ਮਾਲਕ ਪਾਤਸ਼ਾਹ ਜੀ ਨੇ ਉੱਥੇ ਹਿਰਦਿਆਂ ਵਿੱਚ ਪ੍ਰੇਮ ਪੈਦਾ ਕਰਨ ਵਾਸਤੇ, ਹਿਰਦਿਆਂ 'ਚ ਪਿਆਰ ਪੈਦਾ ਕਰਨ ਵਾਸਤੇ ਕਿ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਪ੍ਰਤੀ ਹਿਰਦੇ ਵਿੱਚ ਪ੍ਰੇਮ ਉਪਜ ਪਏ, ਪਿਆਰ ਉਪਜ ਪਏ, ਉਸ ਪ੍ਰੇਮ ਨੂੰ ਪੈਦਾ ਕਰਨ ਲਈ ਸਤਿਗੁਰੂ ਪਾਤਸ਼ਾਹ ਜੀ ਨੇ ਆਸਾ ਰਾਗ ਦੇ ਅੰਦਰ ਇੱਕ ਸ਼ਬਦ ਉੱਥੇ ਗਾਇਨ ਕੀਤਾ। ਤੇ ਉਸ ਸ਼ਬਦ ਨੂੰ ਗਾਇਨ ਕਰਦਿਆਂ ਸਤਿਗੁਰੂ ਜੀ ਇਸ ਪ੍ਰਕਾਰ ਬਚਨ ਆਖਦੇ ਹਨ। ਆਸਾ ਕਰ ਚੌਥਾ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੇਵਤਿਆਂ ਦਰਸ਼ਨ ਕੇ ਤਾਈ ਦੁਖ ਭੂਖ ਤੀਰਥ ਕੀਏ। ਸਤਿਗੁਰੂ ਜੀ ਨੇ ਹੁਣ ਜ਼ਿਕਰ ਕੀਤਾ, ਕਿਉਂਕਿ ਇਹ ਜਿਹੜਾ ਪਾਵਨ ਸ਼ਬਦ ਹੈ ਨਾ, ਇਹਦੇ ਵਿੱਚ ਹੁਣ ਮਾਲਕ ਪਾਤਸ਼ਾਹ ਜੀ ਰੱਬੀ ਪ੍ਰੀਤ ਦੀ ਗੱਲ ਕਰ ਰਹੇ, ਰੱਬੀ ਪਿਆਰ ਦੀ ਗੱਲ ਕਰ ਰਹੇ। ਤੇ ਰੱਬੀ ਪ੍ਰੀਤ ਨੂੰ ਹਾਸਲ ਕਰਨ ਵਾਸਤੇ ਧਰਮ ਦੇ ਲੋਕਾਂ ਵੱਲੋਂ ਜਾਂ ਧਰਮ ਦੇ ਪੈਰੋਕਾਰਾਂ ਵੱਲੋਂ ਕਿਹੜੇ-ਕਿਹੜੇ ਯਤਨ ਕੀਤੇ ਜਾ ਰਹੇ ਨੇ, ਫਿਰ ਉਹਨਾਂ ਯਤਨਾਂ ਦਾ ਜ਼ਿਕਰ ਕੀਤਾ। ਕਾਹਦੇ ਲਈ? ਸਿਰਫ ਰੱਬੀ ਰਹਿਮਤ, ਰੱਬੀ ਪਿਆਰ ਹਾਸਲ ਕਰਨ ਵਾਸਤੇ। ਪਹਿਲਾਂ ਮਾਲਕ ਜੀ ਨੇ ਜ਼ਿਕਰ ਕੀਤਾ ਦੇਵਤਿਆਂ ਦਰਸ਼ਨ ਕੈ ਤਾਈ ਦੁਖ ਭੂਖ ਤੀਰਥ ਕੀਏ, ਵੀ ਜਿਹੜੇ ਰੱਬੀ ਪਿਆਰੇ ਨੇ ਨਾ, ਉਹਨਾਂ ਨੇ ਅਕਾਲ ਪੁਰਖ ਪਰਮੇਸ਼ਵਰ ਜੀ ਕੇ ਦਰਸ਼ਨਾਂ ਵਾਸਤੇ, ਉਹਦੇ ਦੀਦਾਰਾਂ ਨੂੰ ਹਾਸਲ ਕਰਨ ਵਾਸਤੇ ਬਹੁਤ ਤਰ੍ਹਾਂ ਦੇ ਹਾਲਾਤਾਂ ਤੇ ਸਮਿਆਂ ਨੂੰ ਆਪਣੇ ਤਨ ਉੱਤੇ ਹੰਢਾਇਆ ਔਰ ਬਹੁਤ ਤਰ੍ਹਾਂ ਦੇ ਯਤਨ ਕੀਤੇ। ਉਹਨਾਂ ਨੇ ਦੁੱਖ ਵੀ ਸਹਾਰੇ, ਭੁੱਖ ਵੀ ਸਹਾਰੀ। ਦੁੱਖ ਭੁੱਖ ਸਹਾਰਦਿਆਂ ਹੋਇਆਂ ਧਰਤੀ ਦਾ ਭ੍ਰਮਣ ਵੀ ਕੀਤਾ, ਤੀਰਥਾਂ ਉੱਤੇ ਇਸ਼ਨਾਨ ਵੀ ਕੀਤਾ, ਸਿਰਫ ਇਸ ਕਰਕੇ ਕਿ ਕਿਤੇ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਦਰਸ਼ਨ ਤੇ ਦੀਦਾਰ ਮਿਲ ਜਾਏ। ਜਿਹਨੂੰ ਆਪਾਂ ਸਤਿਗੁਰੂ ਜੀ ਕੀ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ, ਗੁਰੂ ਅਰਜਨ ਪਾਤਸ਼ਾਹ ਜੀ ਕੇ ਬਚਨਾਂ ਵਿੱਚ ਪੜ੍ਹਦੇ ਹਾਂ, ਜਦੋਂ ਮਾਲਕ ਜੀ ਦੁਨੀਆ ਦੇ ਸਾਰੇ ਕਰਮਾਂ ਵੱਲ ਝਾਤ ਮਾਰਦੇ ਤੇ ਰਹਾਉ ਦੀ ਪੰਕਤੀ ਵਿੱਚ ਆ ਕੇ ਸਤਿਗੁਰੂ ਕਹਿ ਦਿੰਦੇ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸੁਆਮੀ ਕੈ ਦੁਆਰੇ ਦੀਜੈ ਬੁੱਧ ਵਿਵੇਕਾ। ਹੁਣ ਉਹਨੂੰ ਹਾਸਲ ਕਰਨ ਦਾ ਤਰੀਕਾ ਇੱਕ ਹੈ ਕਿ ਅਸੀਂ ਉਹਦੇ ਅੱਗੇ ਅਰਜ਼ੋਈ ਕਰਦੇ ਹਾਂ, ਆਪਣੀ ਮੱਤ ਤਿਆਗ ਕੇ ਤੇ ਉਹਦੇ ਕੋਲੋਂ ਵਿਵੇਕ ਬੁੱਧੀ ਨੂੰ ਹਾਸਲ ਕਰਨ ਦੀ ਮੰਗ ਕਰੀਏ ਵੀ ਰੱਬ ਜੀ ਕਿਰਪਾ ਕਰਕੇ ਟੁੱਟ ਕੇ ਆਪ ਜੀ ਸਾਡੀ ਝੋਲੀ ਦੇ ਵਿੱਚ ਵਿਵੇਕਤਾ ਪਾਓ, ਵਿਵੇਕ ਬੁੱਧੀ ਪਾਓ, ਜਿਸ ਵਿਵੇਕ ਬੁੱਧੀ ਦੇ ਸਦਕਾ ਸਾਡਾ ਆਪ ਜੀ ਨਾਲ ਪ੍ਰੇਮ, ਆਪ ਜੀ ਨਾਲ ਪਿਆਰ ਬਣ ਜਾਏ। ਕਿਉਂਕਿ ਜਿਹੜੇ ਸੰਸਾਰਕ ਤੌਰ ਉੱਪਰਲੇ ਕਰਮ ਨੇ ਉਹ ਅਸੀਂ ਹਰ ਪ੍ਰਕਾਰ ਦੇ ਕਰਕੇ ਵੇਖੇ, ਪਾਠ ਪੜ੍ਹ ਕੇ ਵੀ ਵੇਖ ਲਿਆ, ਵੇਦਾਂ ਦੀ ਵਿਚਾਰ ਵੀ ਕਰਕੇ ਵੇਖ ਲਈ, ਮੌਨ ਵੀ ਰਹਿ ਕੇ ਵੇਖ ਲਿਆ, ਕਈ ਤਰ੍ਹਾਂ ਦੇ ਕਰਮ ਹੋਰ ਕਰਕੇ ਵੇਖ ਲਏ, ਪਰ ਉਹਨਾਂ ਸਾਰੇ ਕਰਮਾਂ ਦਾ ਨਤੀਜਾ ਇਹੋ ਨਿਕਲਿਆ ਕਿ ਅਹੰਕਾਰ ਦੇ ਵਿੱਚ, ਵਿਕਾਰਾਂ ਦੇ ਵਿੱਚ ਮਨ ਹੋਰ ਖਚਤ ਹੁੰਦਾ ਗਿਆ ਤੇ ਰੱਬ ਜੀ ਉਹ ਤੁਹਾਡੇ ਨਾਲ ਦੂਰੀ ਬਣਦੀ ਗਈ। ਤੁਹਾਡੇ ਨਾਲ ਪ੍ਰੇਮ ਨਹੀਂ ਬਣਿਆ, ਤੁਹਾਡੇ ਨਾਲ ਪਿਆਰ ਨਹੀਂ ਬਣਿਆ, ਸਗੋਂ ਤੁਹਾਡੇ ਨਾਲ ਨੇੜਤਾ ਬਣਨ ਦੀ ਬਜਾਏ ਤੁਹਾਡੇ ਤੋਂ ਦੂਰੀ ਹੀ ਵੱਧਦੀ ਗਈ। ਇਸ ਲਈ ਸਾਹਿਬ ਜੀ ਨੇ ਹੁਣ ਜਿਹੜਾ ਜ਼ਿਕਰ ਕੀਤਾ ਗੁਰੂ ਨਾਨਕ ਪਾਤਸ਼ਾਹ ਜੀ ਨੇ, ਮਾਲਕ ਕਹਿੰਦੇ ਦੇਵਤਿਆਂ ਦਰਸ਼ਨ ਕੈ ਤਾਈ ਦੁਖ ਭੂਖ ਤੀਰਥ ਕੀਏ। ਇਹ ਸਾਰਾ ਕੁਝ ਆਪਣੇ ਜੀਵਨ ਅੰਦਰ ਉਹ ਕਮਾਉਂਦੇ ਸਿਰਫ ਅਕਾਲ ਪੁਰਖ ਪਰਮੇਸ਼ਵਰ ਜੀ ਕੇ ਦੀਦਾਰਾਂ ਵਾਸਤੇ। ਜੋਗੀ ਜਤੀ ਜੁਗਤ ਮਹਿ ਰਹਤੇ ਕਰ ਕਰ ਭਗਵੇ ਭੇਖ ਪਏ। ਹੁਣ ਜਿੰਨੇ ਜੋਗੀ ਨੇ, ਜਿੰਨੇ ਜਤੀ ਨੇ, ਕਿਉਂਕਿ ਉਹ ਜਿਹੜਾ ਪਾਵਨ ਸ਼ਬਦ ਆਪਾਂ ਨਾਲ ਲੈ ਕੇ ਚੱਲ ਰਹੇ ਹਾਂ ਨਾ ਗੁਰੂ ਅਰਜਨ ਸਾਹਿਬ ਜੀ ਦਾ, ਉਹਦੇ ਵਿੱਚ ਸਤਿਗੁਰੂ ਨੇ ਜ਼ਿਕਰ ਕਰਦੇ ਆ ਜੋਗੀਆਂ ਦਾ ਵੀ ਜ਼ਿਕਰ ਕੀਤਾ, ਨਿਵਲ ਭੁਅੰਗਮ ਸਾਧੇ। ਇਹ ਸਾਰੇ ਭੁਅੰਗਮ ਨਿਉਲੀ ਕਰਮ ਜਿਹੜੇ ਕੀਤੇ ਨਾ, ਇਹ ਨਿਉਲੀ ਕਰਮ, ਨੀਤੀ ਧੋਤੀ, ਇਹ ਸਾਰਾ ਕੁਝ ਉਹ ਜੋਗੀ ਧਰਮ ਨਾਲ, ਯੋਗ ਧਰਮ ਨਾਲ ਸੰਬੰਧ ਰੱਖਣ ਵਾਲੀ ਹੀ ਕਮਾਉਂਦੇ ਨੇ। ਔਰ ਸਾਹਿਬ ਜੀ ਨੇ ਹੁਣ ਇੱਥੇ ਜ਼ਿਕਰ ਕੀਤਾ, ਕਹਿੰਦੇ ਜੋਗੀ ਜਤੀ ਜੁਗਤ ਮਹਿ ਰਹਤੇ, ਇਹ ਬੜੀਆਂ ਤਰ੍ਹਾਂ ਦੀਆਂ ਜੁਗਤੀਆਂ ਕਰਦੇ ਨੇ ਜਾਂ ਬਹੁਤ ਤਰ੍ਹਾਂ ਦੇ ਕਰਮ ਕਮਾਉਂਦੇ ਨੇ, ਕਰ ਕਰ ਭਗਵੇਂ ਭੇਖ ਪਏ। ਔਰ ਇੱਥੋਂ ਤੱਕ ਕਿ ਇਹਨਾਂ ਨੇ ਇੱਕ ਪਹਿਰਾਵਾ ਵੀ ਮਿਥ ਲਿਆ, ਭਗਵਾਂ ਬਾਣਾ ਇਹਨਾਂ ਨੇ ਆਪਣੇ ਤਨ ਉੱਤੇ ਧਾਰਨ ਕਰ ਲਿਆ, ਸਿਰਫ ਇਸ ਕਰਕੇ ਕਿ ਰੱਬ ਮਿਲ ਜਾਏ, ਰੱਬੀ ਪਿਆਰ ਮਿਲ ਜਾਏ। ਔਰ ਆਪਾਂ ਜਦੋਂ ਮਾਲਕ ਜੀ ਕੀ ਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਸਾਡੇ ਮਨ ਵਿਚਲੇ ਇਸ ਭਰਮ ਨੂੰ ਤੇ ਨਿਵਰਤ ਕਰ ਹੀ ਦਿੰਦੇ ਨੇ ਕਿ ਅਕਾਲ ਪੁਰਖ ਪਰਮੇਸ਼ਵਰ ਨਾ ਵਸਤਰਾਂ ਤੇ ਰੀਝਦਾ ਔਰ ਨਾ ਹੀ ਉਹ ਅਕਾਲ ਪੁਰਖ ਪਰਮੇਸ਼ਵਰ ਜੀ ਜਿਹੜੇ ਨੇ, ਜਿਹਨੂੰ ਆਪਾਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਪਾਵਨ ਬਚਨਾਂ 'ਚ ਪੜ੍ਹਦੇ ਹਾਂ, ਕਹਾ ਪਇਓ ਜੋ ਦੋ ਲੋਚਨ ਮੂੰਦ ਕਹਿ ਬੈਠ ਰਹਿਓ ਬਕ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ, परलोक गवायो, बास कियो बिखयान सो बैठ के ऐसे ही ऐसे सो बैस बितायो, साच कहो सुन लेखो सब है जिन प्रेम कियो तिन ही रब पायो। एक आही तरीका है उस प्रभु ਨੂੰ ਉਸ ਪਰਮਾਤਮਾ ਨੂੰ ਪ੍ਰਸੰਨ ਕਰਨ ਦਾ ਤੇ ਉਹਦੀ ਪ੍ਰਸੰਨਤਾ ਨੂੰ ਹਾਸਲ ਕਰਨ ਦਾ। ਉਦੋਂ ਬਿਨਾ ਇਨਸਾਨ ਜਿੰਨੇ ਮਰਜ਼ੀ ਯਤਨ ਕਰ ਲਏ ਜਾਂ ਜਿਹੜਾ ਮਰਜ਼ੀ ਤਰੀਕਾ ਔਰ ਢੰਗ ਵਰਤ ਲਏ, ਜਿੰਨਾ ਚਿਰ ਵਰਤੇ ਹੋਏ ਢੰਗ ਤੇ ਤਰੀਕੇ ਵਿੱਚ ਪ੍ਰੇਮ ਨਹੀਂ ਹੋਏਗਾ ਉਹਨਾਂ ਚਿਰ ਇਹਦਾ ਵਰਤਿਆ ਹਰ ਢੰਗ ਨਿਫਲ ਹੈ। ਇਸੇ ਕਰਕੇ ਜਦੋਂ ਬਾਬਾ ਫਰੀਦ ਜੀ ਬਾਣੀ ਵਿੱਚ ਜ਼ਿਕਰ ਕਰਦੇ, ਉਹਨਾਂ ਜ਼ਿਕਰ ਕਰਦੇ ਆ ਅਕਾਲ ਪੁਰਖ ਪਰਮੇਸ਼ਵਰ ਕੋਲੋਂ ਕੀ ਮੰਗਿਆ, ਸ਼ੇਖ ਫਰੀਦ ਦਾ ਖੈਰ ਦੀ ਜੈ ਬੰਦਗੀ, ਵੀ ਰੱਬ ਜੀ ਉਹ ਰਹਿਮਤ ਕਰੋ ਤੇ ਮੇਰੀ ਝੋਲੀ ਵਿੱਚ ਖੈਰ ਪਾਓ ਤੇ ਖੈਰ ਬੰਦਗੀ ਦੀ ਪਾਓ, ਕਿਉਂਕਿ ਤੁਹਾਡੇ ਨਾਲ ਜਿਹੜਾ ਦਿਲ ਕਰਕੇ ਮੁਹੱਬਤ ਕਰਦਾ ਹੈ, ਚਿੱਤ ਕਰਕੇ ਆਪ ਜੀ ਨਾਲ ਪ੍ਰੇਮ ਕਰਦਾ ਹੈ, ਉਹੀ ਪ੍ਰਵਾਨਿਆ ਜਾਂਦਾ ਹੈ। ਪਰ ਜਿਨ ਮਨ ਹੋਰ ਤੇ ਮੁਖ ਹੋਰ ਹੈ, ਉਹ ਕੱਚੇ ਗਿਣੇ ਜਾਂਦੇ ਨੇ, ਕੱਚੇ ਆਖੇ ਜਾਂਦੇ ਨੇ, ਉਹ ਕਦੇ ਵੀ ਆਪ ਜੀ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨੇ ਨਹੀਂ ਜਾਂਦੇ। ਧੰਨ ਗੁਰੂ ਨਾਨਕ ਸਾਹਿਬ ਜੀ ਹੁਣ ਉੱਥੇ ਬਚਨ ਉਚਾਰਦਿਆਂ ਕਹਿੰਦੇ ਨੇ, ਜੋਗੀ ਜਤੀ ਜੁਗਤ ਮਹਿ ਰਹਤੇ ਕਰ ਕਰ ਭਗਵੇਂ ਭੇਖ ਪਏ। ਇਹ ਸਾਰਾ ਕੁਝ ਕਰ ਰਹੇ ਨੇ ਅਕਾਲ ਪੁਰਖ ਜੀ ਕੇ ਦਰਸ਼ਨਾਂ ਵਾਸਤੇ। ਤੋ ਕਾਰਨ ਸਾਹਿਬਾ ਰੰਗ ਰਤੇ, ਰੱਬ ਜੀ ਉਹ ਤੇਰੇ ਕਾਰਨ ਕਰਕੇ, ਮਤਲਬ ਤੇਰੇ ਲਈ ਜੀਵ ਤੇਰੇ ਰੰਗ ਵਿੱਚ ਰਤੇ ਜਾਣ ਵਾਸਤੇ ਆ ਸਾਰਾ ਕੁਝ ਜੀਵਾਂ ਦੁਆਰਾ ਕੀਤਾ ਜਾ ਰਿਹਾ, ਵੀ ਕਿਸੇ ਨਾ ਕਿਸੇ ਤਰੀਕੇ ਜੀਵ ਦੇ ਰੰਗ ਵਿੱਚ ਰਤਿਆ ਜਾਏ। ਹੁਣ ਰੰਗ ਵਿੱਚ ਰਤਿਆ ਇੱਦਾਂ ਨਹੀਂ ਜਾਣਾ ਵੀ ਮੈਂ ਭਗਵਾਂ ਭੇਖ ਪਾਲਾਂ ਤੇ ਰੰਗ ਵਿੱਚ ਰਤਿਆ ਜਾਵਾਂਗਾ, ਜਾਂ ਕਈ ਤਰ੍ਹਾਂ ਦੀਆਂ ਜੁਗਤੀਆਂ ਕਰਨ ਲੱਗ ਜਾਂ ਤੇ ਰੰਗ ਵਿੱਚ ਰਤਿਆ ਜਾਵਾਂਗਾ, ਜਾਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰ ਲਵਾਂ, ਜਾਂ ਦੁੱਖ ਸਹਾਰਦਾ ਫਿਰਾਂ, ਜਾਂ ਭੁੱਖ ਆਪਣੇ ਤਨ ਤੇ ਹੰਡਾਉਂਦਾ ਫਿਰਾਂ। ਇਹ ਚੀਜ਼ਾਂ ਮੈਨੂੰ ਕਦੇ ਰੱਬ ਦੇ ਨੇੜੇ ਨਹੀਂ ਕਰਨਗੀਆਂ। ਇਹ ਚੀਜ਼ਾਂ ਮੈਨੂੰ ਸਰੀਰ ਕਰਕੇ ਦੁਖੀ ਤੇ ਕਰ ਸਕਦੀਆਂ ਨੇ। ਜਿਹਨੂੰ ਮਾਲਕ ਜੀ ਨੇ ਬਾਣੀ ਵਿੱਚ ਜ਼ਿਕਰ ਕਰਦੇ ਆ, ਅੰਨ ਨਾ ਖਾਹੇ ਦੇਹੀ ਦੁੱਖ ਦੀਜੈ। ਜੇ ਅੰਨ ਮੈਂ ਨਹੀਂ ਖਾ ਰਿਹਾ ਤੇ ਰੱਬ ਨੂੰ ਥੋੜੀ ਉਹਦੇ ਤੇ ਪ੍ਰਸੰਨਤਾ ਹੋਣੀ ਵੀ ਤੇ ਬੜਾ ਭਲਾ ਭਾਈ ਅੰਨ ਨਹੀਂ ਖਾਂਦਾ, ਨਹੀਂ, ਮੈਂ ਅੰਨ ਨਹੀਂ ਖਾਦਾ ਤੇ ਮੇਰੇ ਸਰੀਰ ਨੂੰ ਕਸ਼ਟ ਹੈ, ਮੇਰੇ ਸਰੀਰ ਨੂੰ ਦੁੱਖ ਹੈ। ਮੇਰਾ ਅੰਨ ਖਾਣ ਜਾਂ ਨਾ ਖਾਣ ਨਾਲ ਰੱਬ ਨੂੰ ਕੋਈ ਮਤਲਬ ਨਹੀਂ ਹੈ ਵੀ ਉਹਨੇ ਅੰਨ ਖਾਦਾ ਤੈਨੂੰ ਰੱਬ ਨੇ ਦਰਸ਼ਨ ਨਹੀਂ ਦੇਣੇ ਤੇ ਜਿਹਨੇ ਨਹੀਂ ਖਾਦਾ ਉਹਨੂੰ ਰੱਬ ਆ ਕੇ ਦੀਦਾਰ ਦੇਗਾ, ਨਹੀਂ।
ਗੱਲ ਇਹ ਵੀ ਜੇ ਹਿਰਦੇ ਵਿੱਚ ਪ੍ਰੇਮ ਹੈ, ਪਿਆਰ ਹੈ ਤੇ ਅਕਾਲ ਪੁਰਖ ਜੀ ਕੇ ਦੀਦਾਰ ਨੇ। ਜੇ ਹਿਰਦੇ ਵਿੱਚ ਪ੍ਰੇਮ ਨਹੀਂ, ਪਿਆਰ ਨਹੀਂ, ਉਹਦੇ ਤੋਂ ਬਿਨਾਂ ਲੱਖਾਂ ਹੀ ਕਰਮ ਕਿਉਂ ਨਾ ਹੋਣ। ਉਹਨੂੰ ਮਾਲਕ ਜੀ ਪਤਾ ਕੀ ਆਖਦੇ, ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜਮ ਜਾ ਗਾਤੀ ਲੁਟੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਛੂਟੈ। ਜੇ ਅਸੀਂ ਚਾਹੁੰਦੇ ਹਾਂ ਕਿ ਅਕਾਲ ਪੁਰਖ ਜੀ ਦਾ ਪ੍ਰੇਮ ਔਰ ਪਿਆਰ ਮਿਲੇ ਤੇ ਸਾਹਿਬ ਕਹਿੰਦੇ ਆਪਣੀ ਜ਼ਿੰਦਗੀ ਵਿੱਚ ਉਹਦੀ ਕੀਰਤੀ, ਉਹਦੀ ਵਡਿਆਈ ਗਾਇਆ ਕਰ। ਜਦੋਂ ਉਹਦੀ ਵਡਿਆਈ ਕਰਨ ਦੀ ਜਾਚ ਆ ਗਈ ਤੇ ਫਿਰ ਉਹਦੇ ਦਰਸ਼ਨ ਵੀ ਮਿਲ ਜਾਣਗੇ, ਉਹਦੇ ਦੀਦਾਰ ਵੀ ਮਿਲ ਜਾਣਗੇ ਤੇ ਉਹਦੀ ਵੀ ਪ੍ਰਾਪਤੀ ਹੋ ਜਾਏਗੀ। ਪਰ ਜੇ ਨਹੀਂ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਤਾਓ ਕਾਰਨ ਸਾਹਿਬਾ ਰੰਗ ਰਤੇ, ਤੇਰੇ ਲਈ ਜੀਵ ਕਈ ਤਰ੍ਹਾਂ ਦੇ, ਤੇਰੇ ਰੰਗ ਵਿੱਚ ਰਤੇ ਜਾਣ ਲਈ ਜੀਵ ਕਈ ਤਰ੍ਹਾਂ ਦੇ ਯਤਨ ਕਰਦੇ ਹਨ। ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੀਤੇ ਰਹਾਉ। ਹੁਣ ਜਿੰਨੇ ਤੇਰੇ ਰੰਗ ਵਿੱਚ ਰੱਤੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਆਪਣਾ ਆਪਣਾ ਤਰੀਕਾ ਅਪਣਾਇਆ। ਜਿਹਨੂੰ ਗੁਰੂ ਕਲਗੀਧਰ ਸਾਹਿਬ ਕਹਿੰਦੇ ਆਪ ਆਪਣੀ ਬੁੱਧ ਖੈ ਜੀਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ। ਰੱਬ ਜੀ ਨੂੰ ਜਿੰਨੇ ਜਿੰਨਾ ਕੁ ਸਮਝ ਆਣਾ ਬਸ ਉਸ ਹਿਸਾਬ ਨਾਲ ਉਹਨੇ ਰੱਬ ਨੂੰ ਵਰਣਨ ਕਰ ਲਿਆ। ਕਈਆਂ ਨੇ ਰੱਬ ਨੂੰ ਕੇਵਲ ਸਫੇਦ ਕੱਪੜਿਆਂ 'ਚ ਜਾਣਿਆ, ਕਈਆਂ ਨੇ ਰੱਬ ਨੂੰ ਨੀਲੇ ਕੱਪੜਿਆਂ 'ਚ ਜਾਣਿਆ, ਕਈਆਂ ਨੇ ਰੱਬ ਨੂੰ ਗੇਰਵੀਂ ਰੰਗ 'ਚ ਰੱਖ ਲਿਆ, ਕਈਆਂ ਨੇ ਰੱਬ ਨੂੰ ਹੋਰ ਕਿਸੇ ਰੰਗ ਵਿੱਚ ਰੱਖ ਲਿਆ। ਸਿਰਫ ਇੱਕ ਆਪਣੀ ਆਪਣੀ ਮੱਤ ਹੈ। ਪਰ ਹੁਣ ਅਸੀਂ ਇਹ ਨਹੀਂ ਕਹਿ ਸਕਦੇ ਵੀ ਰੱਬ ਕੇਵਲ ਭਗਵੇਂ ਭੇਖ ਵਿੱਚ ਗੇਰਵੀਂ ਰੰਗ ਵਿੱਚ ਹੈ, ਜਾਂ ਰੱਬ ਕੇਵਲ ਨੀਲੇ ਬਾਣੀ ਵਿੱਚ ਹੈ, ਜਾਂ ਅਕਾਲ ਪੁਰਖ ਪਰਮੇਸ਼ਵਰ ਚਿੱਟੇ ਬਾਣੀ ਵਿੱਚ, ਜਾਂ ਕਿਸੇ ਹੋਰ ਰੰਗ ਦੇ ਬਾਣੀ ਵਿੱਚ। ਨਹੀਂ, ਉਹਦੇ ਲਈ ਤੇ ਸਾਹਿਬ ਕਹਿੰਦੇ ਅਕਾਲ ਪੁਰਖ ਜੀਓ ਤੇਰੇ ਨਾਮ ਅਨੇਕਾਂ। ਸਾਨੂੰ ਤੇ ਇਹ ਨਹੀਂ ਪਤਾ ਵੀ ਅਸੀਂ ਤੇਰਾ ਨਾਮ ਲੈਣਾ ਕਿਹੜਾ, ਕਿਉਂਕਿ ਜਿਹੜਾ ਵੀ ਲੈ ਲਾਂਗੇ ਤੂੰ ਉਸੇ ਨਾਮ ਨੂੰ ਸੁਣ ਕੇ ਰੀਝ ਪੈਣਾ ਹੈ। ਤੇਰੇ ਨਾਮ ਅਨੇਕਾਂ, ਜਿਹਨੂੰ ਗੁਰੂ ਕਲਗੀਧਰ ਸਾਹਿਬ ਜਦੋਂ ਆਖਦੇ ਨਾ ਤੇ ਮਾਲਕ ਜੀ ਕਹਿੰਦੇ ਤਬ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ ਸੁਮਤ। ਵੀ ਸਾਡੇ ਕੋਲ ਤੇ ਇੰਨੀ ਮਤ ਵੀ ਨਹੀਂ ਕਿ ਅਕਾਲ ਪੁਰਖ ਜੀਓ ਅਸੀਂ ਤੁਹਾਡੇ ਨਾਮ ਵਰਣਨ ਕਰ ਸਕੀਏ। ਅਸੀਂ ਜਿੰਨੇ ਵੀ ਨਾਮ ਤੁਹਾਡੇ ਲੈਨੇ ਆ, ਚਾਹੇ ਕਿਸੇ ਨਾਮ ਨਾਲ ਤੁਹਾਨੂੰ ਚੇਤੇ ਕਰੀਏ ਅਰਾਧੀਏ, ਉਹ ਤੁਹਾਡਾ ਕੋਈ ਅਸੀਂ ਪੱਕਾ ਨਾਮ ਨਹੀਂ ਕਹਿ ਸਕਦੇ ਵੀ ਇਹ ਰੱਬ ਜੀ ਦਾ ਇਹੀ ਨਾਮ ਅਸਲੀ ਹੈ ਜਾਂ ਇਹੋ ਨਾਮ ਪੱਕਾ ਹੈ। ਕਿਉਂਕਿ ਜੀਵ ਨੇ ਆਪਣੀ ਨਜ਼ਰ ਦੇ ਨਾਲ ਤੁਹਾਡੇ ਜਿਹੜੇ ਕਰਮ ਨੂੰ ਵੇਖਿਆ, ਉਹਨੇ ਉਹ ਕਰਮ ਵੇਖ ਕੇ ਤੇ ਤੁਹਾਨੂੰ ਪੁਕਾਰਨਾ ਸ਼ੁਰੂ ਕਰ ਲਿਆ। ਪਰ ਸਾਨੂੰ ਇਹ ਨਹੀਂ ਪਤਾ ਕਿ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਅਸਲ ਨਾਮ ਕੀ ਹੈ, ਕਿਹੜਾ ਨਾਮ ਵਰਣਨ ਕਰੀਏ। ਕਿਉਂਕਿ ਜਿੰਨੇ ਵੀ ਨਾਮ ਨੇ ਅਸੀਂ ਰੱਬ ਨੂੰ ਕਿਹੜੇ ਕਿਹੜੇ ਲਫ਼ਜ਼ਾਂ ਵਿੱਚ ਚੇਤੇ ਕਰਦੇ ਹਾਂ। ਕੋਈ ਰਾਮ ਕਹਿ ਰਿਹਾ, ਕੋਈ ਰਹੀਮ ਕਹਿ ਰਿਹਾ, ਕੋਈ ਦੀਨ ਦਿਆਲ ਕਹਿ ਰਿਹਾ, ਕੋਈ ਗੋਪਾਲ ਆਖ ਰਿਹਾ, ਕੋਈ ਗੋਬਿੰਦ ਕਹਿ ਰਿਹਾ। ਇਸ ਤਰੀਕੇ ਨਾਲ ਕਈ ਨਾਮਾਂ ਨਾਲ ਚੇਤੇ ਕੀਤੀ, ਕੋਈ ਕਿਰਪਾਲੂ ਕਹਿ ਰਿਹਾ। ਹੁਣ ਇਹ ਸਾਰਾ ਕੁਝ ਕੀ ਹੈ? ਜੇ ਰਾਮ ਕਹਿ ਰਹੇ ਹਾਂ ਮਤਲਬ ਸਾਰਿਆਂ ਵਿੱਚ ਰਮਿਆ ਹੋਇਆ, ਰਹੀਮ ਕਹਿ ਰਹੇ ਹਾਂ ਮਤਲਬ ਬਖਸ਼ਿਸ਼ ਕਰਨ ਵਾਲਾ, ਕਿਰਪਾਲੂ ਕਹਿ ਰਹੇ ਹਾਂ ਕਿਰਪਾ ਦਾ ਕਰ ਰਿਹਾ, ਗੋਪਾਲ ਜਿਹੜਾ ਧਰਤੀ ਨੂੰ ਪਾਲਣ ਵਾਲਾ, ਗੋਬਿੰਦ ਜਿਹੜਾ ਧਰਤੀ ਦਾ ਰਾਜਾ, ਧਰਤੀ ਦਾ ਆਸਰਾ ਹੈ। ਇਸ ਤਰੀਕੇ ਰੱਬ ਜੀ ਦੇ ਜਿੰਨੇ ਨਾਮ ਨੇ ਅਸੀਂ ਸਿਰਫ ਉਹਦੇ ਕਰਮਾਂ ਦੇ ਆਧਾਰ ਉੱਤੇ ਉਹਨੂੰ ਚੇਤੇ ਕੀਤਾ। ਸਾਨੂੰ ਨਾਮ ਜੇ ਅਸੀਂ ਉਹਨੂੰ ਅਕਾਲ ਪੁਰਖ ਵੀ ਕਹਿ ਰਹੇ ਹਾਂ ਨਾ, ਤੇ ਅਕਾਲ ਪੁਰਖ ਵੀ ਉਹਦਾ ਕੋਈ ਨਾਮ ਅਸੀਂ ਇਹ ਨਹੀਂ ਵੀ ਇਹੀ ਰੱਬ ਜੀ ਦਾ ਨਾਮ ਹੈ। ਅਕਾਲ ਦਾ ਮਤਲਬ ਉਹ ਜਿਹੜਾ ਸਮੇਂ ਤੋਂ ਰਹਿਤ ਹੈ, ਸਮੇਂ ਦੇ ਪ੍ਰਭਾਵ ਤੋਂ ਪਾਸੇ ਹੈ, ਪੁਰਖ ਜਿਹੜਾ ਸਭਨਾਂ ਵਿੱਚ ਵਸਿਆ ਹੋਇਆ ਹੈ, ਉਹਨੂੰ ਅਕਾਲ ਪੁਰਖ ਕਹਿੰਦੇ ਨੇ। ਪਰਮਾਤਮਾ ਕਹਿ ਲਈਏ, ਆਤਮਾ ਮਤਲਬ ਤਾਕਤ, ਪਰਮ ਮਤਲਬ ਵੱਡੀ, ਉਹ ਤਾਕਤ ਜਿਹੜੀ ਸਭ ਤੋਂ ਵੱਡੀ ਹੈ। ਕੋਈ ਵੀ ਨਾਮ ਲਈਏ ਰੱਬ ਜੀ ਦਾ ਕਰਮ ਨਾਮ ਹੈ, ਸਾਡੇ ਕੋਲ ਉਹਦਾ ਅਸਲ ਨਾਮ ਨਹੀਂ। ਸਤਿਗੁਰੂ ਜੀ ਨੇ ਆਖਿਆ ਤਬ ਸਰਬ ਨਾਮ ਕਥਾ ਕਵਨ ਕਰਮ ਨਾਮ ਵਰਨਤ। ਜਿੰਨੇ ਵੀ ਵਰਣਨ ਕੀਤੇ ਜਾ ਰਹੇ ਜਾਂ ਵਰਣਨ ਕਰ ਰਹੇ ਹਾਂ ਜਾਂ ਕਰਨ ਵਾਲੇ ਨੇ, ਇਹ ਚੰਗੀ ਮੱਤ ਨਾਲ ਜਿੰਨੇ ਜਿੰਨਾ ਕੁ ਬਿਆਨ ਕੀਤਾ ਰੱਬ ਜੀ ਉਹ ਤੁਹਾਡੇ ਕਰਮ ਨਾਮਾਂ ਨੂੰ ਹੀ ਵਰਣਨ ਕਰ ਰਿਹਾ। ਔਰ ਗੁਰੂ ਸਾਹਿਬ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਤੇਰੇ ਨਾਮ ਅਨੇਕਾਂ। ਫਿਰ ਰੂਪ ਅਨੰਤਾ, ਵੀ ਤੇਰਾ ਰੂਪ ਤੇ ਹੈ ਹੀ ਅਨੰਤ, ਉਹਦਾ ਕੋਈ ਅਖੀਰ ਹੀ ਨਹੀਂ ਹੈ। ਮੈਂ ਕਿਹੜਾ ਰੂਪ ਬਣਾ ਕੇ ਕਹਾਂ ਵੀ ਰੱਬ ਦਾ ਹੈ, ਤੇ ਕਿਹੜੇ ਰੂਪ ਉੱਤੇ ਮੈਂ ਕਟਾਕਸ਼ ਕਰਕੇ ਆਖਾਂ ਵੀ ਰੱਬ ਜੀ ਤੇਰਾ ਰੂਪ ਨਹੀਂ। ਹਰ ਰੂਪ ਰੱਬ ਦਾ ਤੇ ਹਰ ਰੂਪ ਰੱਬ ਦਾ ਨਹੀਂ। ਰੱਬ ਦਾ ਕੋਈ ਵੀ ਰੂਪ ਨਹੀਂ ਹੈ ਤੇ ਰੱਬ ਤੋਂ ਬਿਨਾਂ ਰੂਪ ਵੀ ਕਿਸੇ ਦਾ ਨਹੀਂ। ਮਤਲਬ ਕਿਸੇ ਰੂਪ ਉੱਤੇ ਦਾਅਵਾ ਕਰਕੇ ਅਸੀਂ ਇਹ ਨਹੀਂ ਕਹਿ ਸਕਦੇ ਵੀ ਰੱਬ ਦਾ ਰੂਪ ਨਹੀਂ ਹੈ, ਤੇ ਕੋਈ ਵੀ ਰੂਪ ਅਸੀਂ ਬਣਾ ਕੇ ਇਹ ਨਹੀਂ ਕਹਿ ਸਕਦੇ ਵੀ ਰੱਬ ਇਹੋ ਹੈ। ਮਤਲਬ ਦਾਅਵਾ ਕਿਸੇ ਚੀਜ਼ ਤੇ ਨਹੀਂ। ਤੇਰੇ ਰੂਪ, ਤੇਰੇ ਨਾਮ ਅਨੇਕਾਂ ਰੂਪ ਅਨੰਤਾ। ਫਿਰ ਕਹਿਣ ਨਾ ਜਾਹੀ ਤੇਰੇ ਗੁਣ ਕੀਤੇ ਰੱਬ ਜੀਓ। ਸਾਡੇ ਕੋਲ ਤੇ ਕਹਿਣ ਨੂੰ ਹੈ ਹੀ ਕੁਛ ਨਹੀਂ, ਸਮਰੱਥਾ ਹੀ ਨਹੀਂ ਹੈ ਸਾਡੇ ਕੋਲ ਵੀ ਤੇਰੇ ਗੁਣ ਕਿੰਨੇ ਕਿੰਨੇ। ਅਸੀਂ ਤੇਰੇ ਗੁਣ ਵੀ ਨਹੀਂ ਗਿਣ ਸਕੇ। ਜੇ ਹੁਣ ਆਪਾਂ 100 ਮਨੁੱਖ ਵੀ ਬੈਠਾ ਨਾ ਤੇ 100 ਬੰਦੇ ਨੂੰ ਕਹੀਏ ਵੀ ਰੱਬ ਦੇ ਗੁਣ ਗਿਣਦੇ ਨੇ, 100 ਦਾ 100 ਵੱਖਰੇ ਵੱਖਰੇ ਗੁਣ ਦੱਸੇਗਾ। ਜੇ 1000 ਬੈਠੇ ਹੋਵਾਂਗੇ ਤੇ 1000 ਵੱਖਰੇ ਵੱਖਰੇ ਦੱਸੇਗਾ। ਜੇ ਲੱਖਾਂ ਦੀ ਤਾਦਾਦ ਵਿੱਚ ਬੈਠੇ ਹਾਂ ਤੇ ਲੱਖ ਦਾ ਲੱਖ ਵੱਖਰੇ ਹੀ ਗੁਣ ਬਿਆਨ ਕਰੇ। ਤੇਰੇ ਗੁਣ ਵੀ ਅਨੇਕਾਂ ਨੇ ਰੱਬ ਜੀਓ। ਸਾਡੇ ਕੋਲ ਤੇ ਤੇਰੇ ਗੁਣਾਂ ਦਾ ਕੋਈ ਥਾਂ ਪਾਰਾਵਾਰ ਨਹੀਂ ਹੈ। ਸਾਡੇ ਕੋਲ ਕੋਈ ਸਮਰੱਥਾ ਨਹੀਂ ਹੈ ਕਿ ਅਸੀਂ ਕਿਸੇ ਪ੍ਰਕਾਰ ਤੇਰੇ ਗੁਣਾਂ ਨੂੰ ਵੀ ਬਿਆਨ ਕਰ ਸਕਦੇ ਹੋਈਏ। ਦਰ ਕਰ ਮਹਿਲਾ ਹਸਤੀ ਕੋੜੇ, ਛੋੜ ਵਿਲਾਇਤ ਦੇਸ਼ ਗਏ। ਰੱਬ ਜੀਓ, ਜਿਨ੍ਹਾਂ ਨੂੰ ਤੈਨੂੰ ਪਾਉਣ ਦੀ ਲਾਲਸਾ ਸੀ, ਜਿਨ੍ਹਾਂ ਦੇ ਮਨ ਵਿੱਚ ਤੈਨੂੰ ਹਾਸਲ ਕਰਨ ਦੀ ਇੱਛਾ ਸੀ ਨਾ, ਉਹਨਾਂ ਕੋਲ ਭਾਵੇਂ ਉਹ ਬਾਦਸ਼ਾਹੀ ਸਨ, ਬਹੁਤ ਵੱਡੇ ਰਾਜੇ ਸਨ, ਉਹਨਾਂ ਨੇ ਆਪਣੇ ਦਰ, ਆਪਣੇ ਘਰ, ਆਪਣੇ ਮਹਿਲ, ਆਪਣੇ ਹਾਥੀ ਘੋੜੇ ਸਾਰਾ ਕੁਝ ਛੱਡਤਾ। ਜੇ ਕਿਸੇ ਨੇ ਕਿਹਾ ਨਾ ਉਹਨਾਂ ਨੂੰ ਵੀ, ਜਿਵੇਂ ਆਪਾਂ ਭਗਤ ਨਾਮਦੇਵ ਜੀ ਦਾ ਇੱਕ ਪਾਵਨ ਵਚਨ ਪੜ੍ਹਦੇ ਹਾਂ, ਉਹਦੇ ਵਿੱਚ ਨਾ ਭਗਤ ਨਾਮਦੇਵ ਜੀ ਨੇ ਜ਼ਿਕਰ ਕਰਦੇ ਹਾਂ ਦਾਨ ਕਰਨ ਦੀ ਬਾਤ ਕੀਤੀ। ਤੇ ਦਾਨ ਕਰਨ ਦੀ ਬਾਤ ਕਰਦੇ ਹੋ, ਕਹਿੰਦੇ ਅਸ ਦਾਨ ਗੱਜ ਦਾਨ ਸੇਜਾ ਨਾਰੀ ਭੂਮ ਦਾਨ ਐਸੋ ਦਾਨ ਨਿਤ ਨਿਤ ਹੈ ਕੀਜਾ ਰਾਮ ਨਾਮ ਸਰ ਤਉ ਨਾ ਪੁਜੈ। ਜੇ ਕੋਈ ਘੋੜੇ ਵੀ ਦਾਨ ਕਰੀ ਜਾਏ, ਅਸ ਦਾਨ, ਅਸ ਮਤਲਬ ਅਸਬ ਤੋਂ ਲਫ਼ਜ਼ ਬਣਿਆ ਅਸ ਮਤਲਬ ਘੋੜੇ, ਗੱਜ ਮਤਲਬ ਹਾਥੀ, ਅਸ ਦਾਨ ਗੱਜ ਦਾਨ ਸੇਜਾ ਨਾਰੀ, ਇੱਥੋਂ ਤੱਕ ਆਪਣੀ ਇਸਤਰੀ ਨੂੰ ਵੀ ਦਾਨ ਕਰ ਦੇਣਾ, ਆਪਣੀ ਭੂਮੀ ਤੱਕ ਦਾਨ ਕਰ ਦੇਣੀ। ਭਗਤ ਜੀ ਕਹਿੰਦੇ ਵੀ ਇਦਾਂ ਦੇ ਦਾਨ ਭਾਵੇਂ ਬੰਦਿਆਂ ਤੂੰ ਰੋਜ਼ ਕਰੀ ਚੱਲ, ਪਰ ਇਹ ਦਾਨ ਕਦੇ ਰੱਬ ਦੇ ਨਾਮ ਦੀ ਬਰਾਬਰੀ ਨਹੀਂ ਕਰ ਸਕਦੇ, ਰੱਬ ਜੀ ਦੇ ਬਰਾਬਰ ਨਹੀਂ ਪੁੱਜ ਸਕਦੇ। ਤੇਰੇ ਦਾਨ ਤੂੰ ਕਰਦਾ ਰਹੋ, ਤੂੰ ਦਾਨੀ ਹੈ, ਤੇਰੇ ਕੀਤੇ ਦਾਨ ਤੈਨੂੰ ਖੁਸ਼ੀ ਦੇਣਗੇ। ਪਰ ਜੇ ਤੂੰ ਇਹ ਸੋਚੇ ਵੀ ਜਿਹੜਾ ਦਾਨ ਮੈਂ ਕੀਤਾ ਮੈਂ ਤੇ ਇਹ ਰੱਬ ਦੇ ਬਰਾਬਰ ਪਹੁੰਚ ਜਾਣਾ ਹੈ, ਤੇ ਭਗਤ ਜੀ ਕਹਿੰਦੇ ਵੀ ਨਹੀਂ, ਕਦੇ ਰੱਬ ਦੀ ਬਰਾਬਰੀ ਨਹੀਂ ਹੋ ਸਕਦੀ। ਤੂੰ ਜਿੰਨੇ ਮਰਜ਼ੀ ਯਤਨ ਕਰ ਲਾ। ਹੁਣ ਦਰ ਘਰ ਮਹਿਲਾਂ ਹਸਤੀ ਘੋੜੇ, ਇਹ ਸਾਰਾ ਕੁਝ, ਹਾਥੀ ਵੀ ਛੱਡਤੇ, ਘੋੜੇ ਵੀ ਛੱਡਤੇ, ਦਰ ਵੀ ਛੱਡਤੇ, ਘਰ ਵੀ ਛੱਡਤੇ, ਮਹਿਲ ਵੀ ਛੱਡਤੇ, ਸਾਰਾ ਕੁਝ ਛੱਡ ਕੇ ਛੋੜ ਵਿਲਾਇਤ ਦੇਸ਼ ਗਏ, ਬਗਾਨੇ ਦੇਸ਼ ਵਿੱਚ ਜਾ ਕੇ ਬਹਿ ਗਿਆ। ਆਪਣਾ ਰਾਜ ਭਾਗ, ਤੇ ਗੱਲ ਰਾਜੇ ਦੀ ਵੀ, ਆਪਣੇ ਹਾਥੀ ਘੋੜੇ ਰਾਜ ਭਾਗ ਸਾਰਾ ਕੁਝ ਛੱਡ ਕੇ ਤੇ ਕਿਤੇ ਦੂਰ ਜੰਗਲਾਂ ਦੇ ਵਿੱਚ ਬੇਗਾਨੇ ਥਾਂ ਉੱਤੇ ਜਾ ਕੇ ਵੀ ਬੈਠ ਗਏ, ਸਿਰਫ ਇਸ ਕਰਕੇ ਵੀ ਕਿਤੇ ਰੱਬ ਮਿਲ ਜਾਵੇ। ਪੀਰ ਪੈਗੰਬਰ ਸਾਲਿਕ ਸਾਧਕ, ਛੋਟੀ ਦੁਨੀਆ ਥਾਏ ਪਏ। ਸਾਰੇ ਜਿਨ੍ਹਾਂ ਨੂੰ ਲੋਕ ਪੀਰ ਪੈਗੰਬਰ ਆਖ ਕੇ ਨਿਵਾਜਣ ਵਾਲੇ ਸਨ ਨਾ, ਉਹਨਾਂ ਨੇ ਵੀ ਦੁਨੀਆ ਨੂੰ ਨਾ ਛੱਡਤਾ। ਮਤਲਬ ਦੁਨੀਆ ਦੇ ਮੋਹ ਨੂੰ ਛੱਡ ਕੇ ਪਾਸੇ ਹੋ ਕੇ ਬਹਿ ਗਏ ਵੀ ਸ਼ਾਇਦ ਕਿਤੇ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਮਿਲਾਪ, ਉਹਦੀ ਬਖਸ਼ਿਸ਼, ਉਹਦੇ ਦਰਸ਼ਨ, ਉਹਦੇ ਦੀਦਾਰ ਜਾਂ ਉਹਦੇ ਨਾਮ ਦੀ ਦਾਤ ਮਿਲ ਜਾਏ। ਇਹ ਸਾਰੇ ਧਰਮੀ ਪੈਰੋਕਾਰਾਂ ਵੱਲੋਂ ਯਤਨ ਕੀਤੇ ਗਏ। ਸਾਧ ਸਹਿਜ ਸੁਖ ਰਸ ਕਸ ਤਜੀਲੇ, ਕੱਪੜ ਛੋਡੇ ਚਮੜ ਲਈਏ। ਕਈਆਂ ਨੇ ਆਪਣੇ ਸਾਰੇ ਸਵਾਦ ਰਸ ਉਹ ਤਿਆਗਤੇ, ਸਾਰਾ ਕੁਝ ਸੁਖ ਰਸ ਕਸ ਤਜੀਲੇ, ਇੱਥੋਂ ਤੱਕ ਤਨ ਦੇ ਕੱਪੜੇ ਵੀ ਛੱਡਦੇ। ਤਨ ਦੇ ਕੱਪੜੇ ਛੱਡ ਕੇ ਸਿਰਫ ਚੰਮ ਦੇ ਆਧਾਰ ਤੇ ਜਿਉਣਾ ਸ਼ੁਰੂ ਕਰ ਲਿਆ, ਚਮੜੇ ਦੇ ਆਧਾਰ ਤੇ ਜਿਉਣਾ ਸ਼ੁਰੂ ਕਰ ਲਿਆ ਵੀ ਸ਼ਾਇਦ ਕਿਤੇ ਰੱਬ ਰੀਤ ਪਏ। ਹੁਣ ਮਤਲਬ ਇਹ ਹੈ ਵੀ ਸਰੀਰ ਦੇ ਕੱਪੜੇ ਤਿਆਗ ਦੇਣਾ। ਤੁਸੀਂ ਵੇਖਾਂ ਆਪਾਂ ਜਦੋਂ ਸਮਾਜ 'ਚ ਵਿਚਰਦੇ ਹਾਂ ਨਾ, ਤੇ ਕਈਆਂ ਨੂੰ ਸੰਬੋਧਨ ਕਰਕੇ, ਲਫ਼ਜ਼ ਮੈਂ ਖਿਮਾ ਕਰਿਓ ਵਰਤਿਆ, ਨਾਂਗਾ ਸਾਧੂ ਕਹਿ ਕੇ ਵੀ ਸੰਬੋਧਨ ਕੀਤਾ ਜਾਂਦਾ ਵੀ ਵਸਤਰਹੀਨ ਹੈ। ਹੁਣ ਜਦੋਂ ਵਸਤਰਹੀਨ ਦੀ ਬਾਤ ਆਈ, ਉਹਨਾਂ ਨੇ ਇਸ ਕਰਕੇ ਤਿਆਗਿਆ, ਦਿਗੰਬਰ ਇਸ ਕਰਕੇ ਬਣੇ ਵੀ ਸ਼ਾਇਦ ਰੱਬ ਪ੍ਰਸੰਨ ਹੋ ਜਾਏ।
ਪਰ ਜਦੋਂ ਆਪਾਂ ਮਾਲਕ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਜ਼ਿਕਰ ਕਰਦੇ ਹਾਂ ਬਾਣੀ 'ਚ ਕਹਿੰਦੇ ਵੀ ਇਦਾਂ ਰੱਬ ਕਿੱਥੋਂ ਮਿਲ ਜਾਏਗਾ, ਵੀ ਇਹ ਤੇ ਰੱਬ ਦੀ ਬਣਾਈ ਹੋਈ ਕੁਦਰਤ ਦੇ ਅੰਦਰ, ਰੱਬ ਦੇ ਬਣਾਏ ਇਸ ਸੰਸਾਰ ਦੇ ਵਿੱਚ ਉਹਨੇ ਇੱਕ ਨੇਮ ਬਣਾਇਆ। ਸਿਰਫ ਇੱਕ ਮਨੁੱਖ ਹੀ ਹੈ ਜਿਹੜਾ ਆਪਣੇ ਤਨ ਦੇ ਨੰਗੇਜ ਨੂੰ ਢੱਕਣ ਵਾਸਤੇ ਵਸਤਰਾਂ ਦੀ ਵਰਤੋਂ ਕਰਦਾ ਹੈ। ਬਾਕੀ ਜਿਹੜੇ ਜੀਵ ਨੇ 84 ਲੱਖ ਜੂਨਾਂ ਦੇ ਵਿੱਚ ਇੱਕ ਵੀ ਜੀਵ ਮਨੁੱਖ ਤੋਂ ਬਿਨਾਂ ਨਹੀਂ ਜਿਹੜਾ ਆਪਣੇ ਤਨ ਦੇ ਨੰਗੇਜ ਨੂੰ ਢੱਕਣ ਵਾਸਤੇ ਵਸਤਰਾਂ ਦੀ ਵਰਤੋਂ ਕਰਦਾ ਹੋਵੇ। ਸਿਰਫ ਇੱਕ ਇਨਸਾਨ ਹੀ ਹੈ ਤੇ ਇਹ ਇਨਸਾਨ ਆਪਣੇ ਤਨ ਦੇ ਨੰਗੇਜ ਨੂੰ ਢੱਕਣ ਵਾਸਤੇ ਵਸਤਰਾਂ ਦੀ ਵਰਤੋਂ ਕਰ ਰਿਹਾ ਹੈ। ਇਹਦੀ ਮੱਤ ਵਿੱਚ ਉਹ ਗਿਆਨ ਕਹਿ ਲਓ, ਮੱਤ ਵਿੱਚ ਸੋਝੀ ਕਹਿ ਲਓ, ਅਕਾਲ ਪੁਰਖ ਪਰਮੇਸ਼ਵਰ ਨੇ ਬਖਸ਼ਿਸ਼ ਕੀਤੀ। ਤੇ ਜੇ ਕੇਵਲ ਵਸਤਰਾਂ ਦੇ ਤਿਆਗ ਨਾਲ ਰੱਬ ਮਿਲਦਾ ਹੁੰਦਾ ਤੇ ਫਿਰ ਇਨਸਾਨ ਤੋਂ ਬਿਨਾਂ ਬਾਕੀ ਸਾਰੇ ਜਿੰਨੇ ਜੀਵ ਸੀ ਉਹ ਸਾਰੀ ਰੱਬ ਦੇ ਰੂਪ ਬਣ ਜਾਂਦੇ, ਜਾਂ ਉਹ ਸਾਰੀ ਰੱਬ ਬਣ ਕੇ ਬਹਿ ਜਾਂਦੇ ਵੀ ਅਸੀਂ ਪਰਮਾਤਮਾ ਹਾਂ, ਕਿਉਂਕਿ ਅਸੀਂ ਤਾਂ ਜਨਮ ਤੋਂ ਲੈ ਕੇ ਮਰਨ ਤੱਕ ਕਦੇ ਵਸਤਰ ਧਾਰਨ ਹੀ ਨਹੀਂ ਕੀਤੇ। ਪਰ ਇਨਸਾਨ ਇਹ ਜੇ ਰੱਬ ਨੇ ਇੰਨੀ ਸਮੱਤ ਇਹਨੂੰ ਦੇ ਕੇ ਨਵਾਜਿਆ ਫਿਰ ਇਹਦੀ ਮੂਰਖਤਾਈ ਹੈ ਕਿ ਇਹ ਆਪਣੇ ਤਨ ਦਾ ਜਿਹੜੇ ਉਹਨੂੰ ਦਿਗੰਬਰ ਰੂਪ ਵਿੱਚ ਸਮਾਜ ਅੰਦਰ ਵਿਚਰ ਰਿਹਾ, ਇਹਦੀ ਮੂਰਖਤਾਈ ਹੈ। ਇਹ ਕੋਈ ਸਿਆਣਪ ਨਹੀਂ ਹੈ ਜਾਂ ਇਹ ਕੋਈ ਧਰਮ ਦਾ ਕੰਮ ਨਹੀਂ ਹੈ ਵੀ ਸਰੀਰ ਤੋਂ ਵਸਤਰ ਲਾ ਕੇ ਤੇ ਬੰਦਾ ਰੱਬ ਬਣ ਜਾਂਦਾ ਹੈ ਜਾਂ ਰੱਬੀ ਰੂਪ ਬਣ ਜਾਂਦਾ ਨਹੀਂ। ਸਤਿਗੁਰੂ ਜੀ ਨੇ ਉਹ ਜ਼ਿਕਰ ਕਰਦੇ ਆਖਿਆ, ਕਹਿੰਦੇ ਸਾਧ ਸਹਿਜ ਸੁਖ ਰਸ ਕਸ ਤਜੀਲੇ ਕਾਪੜ ਛੋਡੇ ਚਮੜ ਲਏ, ਚਮੜੇ ਦੇ ਚੰਮ ਦੇ ਆਧਾਰ ਉੱਤੇ ਜਿਉਣਾ ਸ਼ੁਰੂ ਕਰ ਲਿਆ ਲੋਕਾਂ ਨੇ ਵੀ ਸ਼ਾਇਦ ਪਰਮਾਤਮਾ ਮਿਲ ਜਾਵੇ। ਦੁਖੀਏ ਦਰਦ ਵੰਦ ਦਰ ਤੇਰੇ ਨਾਮ ਰਤੇ ਦਰਵੇਸ਼ ਪਏ। ਰੱਬ ਜੀ ਉਹ ਬਹੁਤ ਦੁਖੀਏ ਦਰਦਵੰਦ ਤੇਰੇ ਦਰ ਤੇ ਆਏ, ਉਹ ਦਰਵੇਸ਼ ਬਣ ਗਏ। ਦਰਵੇਸ਼ ਤੋਂ ਭਾਵ ਭਲੇ ਪੁਰਸ਼ ਬਣ ਗਏ ਉਹ ਕਿਹੜੇ ਜਿਹੜੇ ਤੇਰੇ ਨਾਮ ਵਿੱਚ ਰਤੇ ਗਏ। ਸਮਾਜ ਹੁਣ ਦੇਖੋ, ਪਹਿਲਾਂ ਉਹਨੇ ਜਿਹੜੇ ਕਰਮ ਕਰ ਰਹੇ ਤਿਆਗ ਰਹੇ ਸਾਰਾ ਕੁਝ, ਆ ਵੀ ਛੱਡ ਦੋ, ਆ ਵੀ ਛੱਡ ਦੋ, ਪਰ ਰੱਬ ਨਾਲ ਪ੍ਰੇਮ ਨਹੀਂ, ਪਿਆਰ ਨਹੀਂ। ਉਹ ਜੋ ਕੁਝ ਕਰ ਰਹੇ ਉਹ ਸਾਰਾ ਕੁਝ ਵਿਅਰਥ। ਤਿਆਗਣ ਵਾਲੇ ਨੇ ਭਾਵੇਂ ਕੁਝ ਵੀ ਨਾ ਤਿਆਗਿਆ ਹੋਵੇ, ਜਿਹਨੇ ਨਹੀਂ ਤਿਆਗਿਆ ਉਹਨੇ ਕੁਝ ਵੀ ਨਹੀਂ ਤਿਆਗਿਆ, ਉਹਨੇ ਸਿਰਫ ਆਪਣੀ ਆਪਣਤ ਤਿਆਗੀ, ਆਪਣੀ ਅਹੰਤਾ ਤਿਆਗੀ ਤੇ ਅਹੰਤਾ ਤਿਆਗ ਕੇ ਤੇ ਨਾਮ ਵਿੱਚ ਰਤਿਆ ਗਿਆ। ਰਾਮ ਨਾਲ ਸੁਰਤ ਜੋੜ ਲਈ, ਜਿਹਨੇ ਨਾਮ ਨਾਲ ਸੁਰਤ ਜੋੜੀ ਉਹ ਦਰਵੇਸ਼ ਬਣ ਗਿਆ। ਉਦਾਂ ਦਰਵੇਸ਼ ਬਣਨ ਲਈ ਬਾਬਾ ਫਰੀਦ ਜੀ ਨੂੰ ਜਦੋਂ ਪੜ੍ਹਦੇ ਹਾਂ ਉਹ ਕਹਿੰਦੇ ਲੋਕ ਤੇ ਪਹਿਰਾਵਾ ਵੇਖ ਕੇ ਕਹੀ ਜਾਂਦੇ ਨੇ ਵੀ ਇਹ ਦਰਵੇਸ਼ ਹੈ। ਦਰਵੇਸ਼ ਪਹਿਰਾਵਾ ਨਹੀਂ ਬਣਾਉਂਦਾ, ਦਰਵੇਸ਼ ਸਾਡੇ ਕਰਮ ਬਣਾਉਂਦੇ ਨੇ, ਸਾਡੀ ਉਦਾਰਤਾ ਬਣਾਉਂਦੀ ਹੈ। ਉਹਨਾਂ ਨੇ ਜ਼ਿਕਰ ਕਰਦੇ ਆਖਿਆ, ਕਹਿੰਦੇ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ਼ ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹੇ ਦਰਵੇਸ਼। ਕਹਿੰਦੇ ਭਰਿਆ ਮੈਂ ਗੁਨਾਹਾਂ ਨਾਲ ਹੋਇਆ ਤੇ ਲੋਕ ਮੈਨੂੰ ਦਰਵੇਸ਼ ਕਹੀ ਜਾਂਦੇ ਨੇ। ਜੇ ਗੁਣ ਹੁੰਦਾ ਦਰਵੇਸ਼ਾਂ ਵਾਲਾ ਤੇ ਮੈਂ ਜ਼ਰੂਰ ਦਰਵੇਸ਼ ਬਣਦਾ, ਪਰ ਮੇਰੇ ਕੋਲ ਗੁਨਾਹ ਨੇ, ਉਹਨਾਂ ਗੁਨਾਹਾਂ ਕਰਕੇ ਮੈਂ ਦਰਵੇਸ਼ ਨਹੀਂ ਆ। ਮੇਰਾ ਪਹਿਰਾਵਾ ਭਾਵੇਂ ਜ਼ਰੂਰ ਦਰਵੇਸ਼ਾਂ ਵਾਲਾ ਹੈ ਪਰ ਮੇਰੇ ਕੋਲ ਦਰਵੇਸ਼ੀ ਗੁਣ ਨਹੀਂ। ਜਿਹੜਾ ਨਾਮ ਵਿੱਚ ਰਤਿਆ ਗਿਆ, ਗੁਰੂ ਨਾਨਕ ਸਾਹਿਬ ਕਹਿੰਦੇ ਉਹ ਦਰਵੇਸ਼ ਬਣ ਜਾਂਦਾ ਹੈ। ਕਲੜੀ ਖਪਰੀ ਲੱਕੜੀ ਚਮੜੀ ਸਿੱਖਾ ਸੂਤ ਧੋਤੀ ਕੀਨੀ। ਇਹ ਹੁਣ ਸਾਰੇ ਧਰਮ ਦੇ ਕਰਮ, ਕਿਸੇ ਨੇ ਕੁਛ ਕੀਤਾ, ਕਿਸੇ ਨੇ ਕੁਝ ਕੀਤਾ। ਕੋਈ ਕਿਦਾਂ ਦਾ ਪਹਿਰਾਵਾ ਪਹਿਨੀ, ਜਾਂ ਕੋਈ ਹੱਥ ਵਿੱਚ ਸੋਟੀ ਫੜੀ ਫਿਰਦਾ, ਕੋਈ ਕੁਛ ਕਰੀ ਫਿਰਦਾ, ਕਿਸੇ ਨੇ ਵਸਤਰ ਉਦਾਂ ਦੇ ਧਾਰਨ ਕਰ ਲਏ ਵੀ ਸ਼ਾਇਦ ਰੱਬ ਵਸਤਰਾਂ ਉੱਤੇ ਰੀਝ ਪਏ। ਮਤਲਬ ਕਹਿੰਦੇ ਵੀ ਬੜੇ ਤਰ੍ਹਾਂ ਦੇ ਵਿਖਾਵੇ ਲੋਕਾਂ ਵੱਲੋਂ ਕੀਤੇ ਜਾਂਦੇ ਹਨ। ਤੂੰ ਸਾਹਿਬ ਹੋ ਸਾਂਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ। ਰੱਬ ਜੀ ਤੁਸੀਂ ਹੋ ਮਾਲਕ, ਤੂੰ ਸਾਹਿਬ, ਤੂੰ ਮਾਲਕ ਹੈ, ਹਾਂ ਸਾਂਗੀ ਮੈਂ ਤੇ ਤੇਰਾ ਸੇਵਕ ਹਾਂ, ਤੇਰੇ ਦਰ ਦੇ ਉੱਤੇ ਇੱਕ ਚੱਕ ਰਿਹਾ। ਪ੍ਰਣਵੈ ਨਾਨਕ ਤੁਹਾਡੇ ਅੱਗੇ ਬੇਨਤੀ ਕਰਦਾ, ਮੇਰੀ ਜਾਤ, ਮੇਰੀ ਕਾਹਦੀ ਦਾਤ ਹੈ, ਮੇਰੀ ਕਿਹੜੀ ਮੱਤ ਹੈ, ਮੈਂ ਤੇ ਸਿਰਫ ਤੁਹਾਡੇ ਦਰ ਦਾ ਇੱਕ ਸਾਂਗੀ ਹਾਂ। ਤੁਸੀਂ ਜਿਵੇਂ ਰੱਖੋਗੇ ਮੈਂ ਉਵੇਂ ਰਹਿ ਲਾਂਗਾ। ਮੇਰੇ ਕੋਲ ਤੇ ਕੋਈ, ਜਿਹਨੂੰ ਭਗਤ ਰਵਿਦਾਸ ਜੀ ਕਹਿੰਦੇ ਜਾਤੀ ਓਛਾ ਪਾਤੀ ਓਛਾ ਓਛਾ ਜਨਮ ਹਮਾਰਾ, ਰਾਜਾ ਰਾਮ ਕੀ ਸੇਵਾ ਨਾ ਕੀਤੀ ਤੇ ਫਿਰ ਖਟਿਆ ਹੀ ਕੀ ਹੈ। ਫਿਰ ਭਾਵੇਂ ਜਾਤ ਤੇ ਪੱਤ ਜਿੰਨੀ ਮਰਜ਼ੀ ਉੱਚੀ ਹੋਵੇ ਉਹ ਕਿਸੇ ਲੇਖੇ ਵਿੱਚ ਨਹੀਂ। ਤੇ ਰਾਹੇ ਹਾਂ ਸਾਂਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ। ਰੱਬ ਜੀ ਮੇਰੀ ਕਿਹੜੀ ਜਾਤ, ਮੈਨੂੰ ਤੇ ਆਪ ਜੀ ਨੇ ਮਾਨਸ ਬਣਾ ਕੇ ਭੇਜਿਆ, ਮਨੁੱਖ ਬਣਾ ਕੇ ਭੇਜਿਆ, ਮੈਂ ਤੁਹਾਡੇ ਦਰ ਦਾ ਸੇਵਕ ਹਾਂ। ਰਿਹਾ ਭਾਈ ਮਰਦਾਨਾ ਜੀ ਸੁਣਦੇ ਨੇ, ਸੁਣ ਕੇ ਪਾਵਨ ਬਚਨ ਤੇ ਤੂਸ਼ਣ ਤਾਰ ਜਾਂਦੇ ਹਨ। ਨਿਕਸ ਉਜਾਰ ਵਹਿਰ ਜਬ ਗਏ ਗ੍ਰਾਮ ਏਕ ਤਬ ਦੇਖਤ ਪਏ। ਉੱਥੋਂ ਫਿਰ ਸਤਿਗੁਰੂ ਪਾਤਸ਼ਾਹ ਜੀ ਅਗਾਂਹ ਤੁਰ ਪਏ। ਅਗਾਂਹ ਤੁਰਦਿਆਂ ਇੱਕ ਗ੍ਰਾਮ, ਇੱਕ ਨਗਰ ਜਿਹੜਾ ਉਹ ਸਤਿਗੁਰੂ ਪਾਤਸ਼ਾਹ ਭਾਈ ਮਰਦਾਨਾ ਜੀ ਉਹ ਸਾਰੇ ਨਿਹਾਰਦੇ। ਅਗਾਂਹ ਫਿਰ ਕਵੀ ਜੀ ਉਸ ਨਗਰ ਗ੍ਰਾਮ ਦਾ ਜ਼ਿਕਰ ਕਰਦੇ ਹਨ। ਸੁਣੀਏ ਸ਼੍ਰੀ ਅੰਗਦ ਸੁਖ ਕਾਰਨ ਗਮਣੇ ਆਗੇ ਨਰਕ ਨਿਵਾਰਨ। ਇਹ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਉਹ ਸੁਖ ਦੇਣ ਵਾਲੇ ਮਾਲਕ ਜੀ ਉਹ ਆਪ ਜੀ ਸੁਣੋ। ਉਸ ਤੋਂ ਅੱਗੇ ਗੁਰੂ ਨਾਨਕ ਪਾਤਸ਼ਾਹ ਜੀ ਚੱਲੇ, ਜਿਹੜੇ ਨਰਕ ਨੂੰ ਨਿਵਾਰਨ ਵਾਲੇ, ਦੁੱਖਾਂ ਨੂੰ ਖਤਮ ਕਰਨ ਵਾਲੇ ਗੁਰੂ ਨਾਨਕ ਪਾਤਸ਼ਾਹ ਜੀ ਅਗਾਂਹ ਚੱਲਦੇ ਹਨ। ਰੂਮ ਵਿਲਾਇਤ ਜਹਾਂ ਮਹਾਨਾ ਪਾਤਸ਼ਾਹ ਕਾਰੂ ਤਿਹ ਥਾਨਾ। ਸਤਿਗੁਰੂ ਜੀ ਉਹ ਗੁਰੂ ਨਾਨਕ ਪਾਤਸ਼ਾਹ ਦੀ ਪੈਂਡਾ ਤੇ ਲਿਖਿਆ ਹੈ, ਤਹਾਂ ਜਾਏ ਦੇਖਿਓ ਪੁਰਪਾਰੀ ਮਹਾਰੰਕ ਬਸਹਿ ਨਰ ਨਾਰੀ। ਜਦੋਂ ਉਸ ਨਗਰ ਵਿੱਚ ਪਹੁੰਚੇ ਤੇ ਉਸ ਨਗਰ ਵਿੱਚ ਭਾਰੀ, ਜਦੋਂ ਉੱਥੇ ਪਹੁੰਚੇ ਸਤਿਗੁਰੂ ਜੀ, ਉੱਥੇ ਜਾ ਕੇ ਇੱਕ ਭਾਰੀ ਨਗਰੀ ਵੇਖੀ, ਬਹੁਤ ਵੱਡੀ ਨਗਰੀ ਵੇਖੀ। ਔਰ ਉਹ ਜਿਹੜੀ ਵੱਡੀ ਨਗਰੀ ਵੇਖੀ ਹੈ ਨਾ, ਤੇ ਉੱਥੇ ਵੇਖਿਆ ਕੀ ਹੈ ਵੀ ਜਿੰਨੇ ਵੀ ਮਨੁੱਖ ਨੇ, ਜਿੰਨੀਆਂ ਵੀ ਨਰ ਤੇ ਨਾਰੀਆਂ ਨੇ, ਉਹ ਸਾਰੇ ਬੜੇ ਗਰੀਬ ਹਨ। ਕਿਰਤ ਕਰਤ ਸਭ ਦਿਵਸ ਬਿਤਾਵਤ ਦਰਬਨਾ ਪਾਸ ਸਦਾ ਦੁਖ ਪਾਵਤ। ਵੀ ਉਹ ਸਾਰੇ ਨਰ ਨਾਰੀਆਂ ਸਾਰਾ ਦਿਨ ਕਿਰਤ ਕਰਦੇ, ਬੜੀ ਮਿਹਨਤ ਕਰਦੇ ਨੇ, ਤੇ ਮਿਹਨਤ ਕਰਨ ਦੇ ਬਾਵਜੂਦ ਵੀ ਉਹਨਾਂ ਨੂੰ ਨਾ ਕੁਝ ਨਹੀਂ ਮਿਲਦਾ, ਨਾ ਕੋਈ ਧਨ ਮਿਲਦਾ, ਨਾ ਕੋਈ ਦੌਲਤ ਮਿਲਦੀ ਹੈ, ਨਾ ਕੋਈ ਪੈਸਾ ਮਿਲਦਾ। ਸਾਰਾ ਦਿਨ ਕਿਰਤ ਕਰਦਿਆਂ ਹੋਇਆਂ ਸਮਾਂ ਲੰਘਾ ਦਿੰਦੇ ਨੇ, ਦਰਬ ਮਿਲਦਾ ਕੋਈ ਨਹੀਂ, ਪੈਸਾ ਟਕਾ ਇੱਕ ਨਹੀਂ ਮਿਲਦਾ, ਤੇ ਸਾਰਾ ਦਿਨ ਮਿਹਨਤ ਕਰਦੇ ਹੋਏ ਦੁਖੀ ਹੁੰਦੇ ਹਨ। ਸੰਤ ਅਚੇਤ ਕੀ ਸੇਵਨਾ ਕਰੀ ਭੂਪ ਪ੍ਰਜਾ ਇੱਕ ਅਨੁਹਰਹੀ। ਔਰ ਉੱਥੇ ਕੋਈ ਸੰਤ ਅਤਿਥੀ ਕੀ ਸੇਵਾ ਨਾ ਕਰੀ, ਕੋਈ ਕਿਸੇ ਦੀ ਸੇਵਾ ਨਹੀਂ ਕਰਦਾ। ਜਦੋਂ ਕਿਸੇ ਕੋਲ ਆਈ ਕੋਈ ਨਹੀਂ ਸੇਵਾ ਕੀ ਕਰਨੀ। ਉਹ ਸਾਰੇ ਬਹੁਤ ਦੁੱਖ ਵਿੱਚ ਸਮਾਂ ਕੱਟ ਰਹੇ, ਜਿਸ ਕਰਕੇ ਉੱਥੇ ਕੋਈ ਲੋੜਵੰਦ ਆਵੇ, ਕੋਈ ਭਲਾ ਪੁਰਸ਼, ਕੋਈ ਰੱਬੀ, ਕੋਈ ਆਵੇ, ਫਕੀਰ ਆਵੇ, ਕਿਸੇ ਦੀ ਕੋਈ ਸੇਵਾ ਨਹੀਂ ਕਰਦਾ। ਉੱਥੇ ਭਾਵੇਂ ਕੋਈ ਬਾਦਸ਼ਾਹ ਹੀ ਕਿਉਂ ਨਾ ਆ ਜਾਏ, ਉੱਥੇ ਬਾਦਸ਼ਾਹ ਤੇ ਆਮ ਲੋਕ ਸਾਰੇ ਇੱਕੋ ਬਰਾਬਰ ਹੀ ਨੇ। ਉੱਥੇ ਕਿਸੇ ਨਾਲ ਕੋਈ ਵੀ ਵੱਖਰਾ ਨਹੀਂ ਹੈ। ਸਿਰਫ ਇੱਕ ਕਾਰੂ ਬਾਦਸ਼ਾਹ ਹੈ ਜਿਹੜਾ ਆਪਣੇ ਸਿੰਘਾਸਣ ਤੇ ਬੈਠਾ ਹੈ, ਆਪਣੀ ਰਾਜਗੱਦੀ ਤੇ ਬੈਠਾ ਹੈ। ਬਾਕੀ ਉੱਥੇ ਸਾਰੇ ਲੋਕ ਇੱਕ ਬਰਾਬਰ ਹਨ। ਸ਼੍ਰੀ ਪਰਮੇਸ਼ਰ ਨਾਮ ਨਾ ਲਈ ਦੋਹੂ ਲੋਕ ਦੁਖ ਪਾਵੇ ਤੇਈ। ਉੱਥੇ ਨਾ ਹੀ ਕੋਈ ਰੱਬ ਨੂੰ ਚੇਤੇ ਕਰਨ ਵਾਲਾ, ਰੱਬ ਦਾ ਨਾਮ ਲੈਣ ਵਾਲਾ, ਜਿਸ ਕਰਕੇ ਜਿੰਨੇ ਵੀ ਲੋਕ ਕਸ਼ਟ ਔਰ ਦੁੱਖ ਆਪਣੇ ਉੱਪਰ ਸਹਾਰਦੇ ਹਨ। ਤਿਨ ਕੋ ਸੁਖ ਦੇਨੇ ਕੇ ਹਿਤਾ ਪੁਰ ਪ੍ਰਵੇਸ਼ੇ ਬੇਦੀ ਕੁਲ ਖੇਤਾ। ਉੱਥੇ ਉਸ ਨਗਰੀ ਦੇ ਵਿੱਚ ਸੁੱਖ ਦੇਣ ਵਾਸਤੇ, ਨਗਰੀ ਨੂੰ, ਨਗਰ ਦੇ ਲੋਕਾਂ ਨੂੰ ਸੁੱਖ ਪ੍ਰਸੰਨਤਾ ਦੇਣ ਵਾਸਤੇ ਧੰਨ ਗੁਰੂ ਨਾਨਕ ਸਾਹਿਬ ਜੀ ਬੇਦੀ ਕੁਲ ਦੇ ਮਾਲਕ, ਬੇਦੀ ਕੁਲ ਦੇ ਸੂਰਜ ਉਸ ਨਗਰ ਵਿੱਚ ਪ੍ਰਵੇਸ਼ ਕਰਦੇ ਹਨ। ਕਾਰੂ ਕੇਰ ਦੁਰਗ ਜੇ ਪਾਰੀ ਤਿਸ ਕੇ ਬੈਠ ਜਾਏ ਅਗਾਰੀ। ਹੁਣ ਸਤਿਗੁਰੂ ਜੀ ਨਾਲ ਨਗਰ ਵਿੱਚ ਜਦੋਂ ਪ੍ਰਵੇਸ਼ ਕਰਦੇ ਨੇ, ਤੇ ਨਗਰ ਵਿੱਚ ਪ੍ਰਵੇਸ਼ ਕਰਨ ਤੋਂ ਬਾਅਦ ਜਿੱਥੇ ਕਾਰੂ ਬਾਦਸ਼ਾਹ ਦਾ ਮਹੱਲ ਹੈ ਨਾ ਬਣਿਆ ਹੋਇਆ, ਉਸ ਦੇ ਮਹੱਲ ਦੇ ਅੱਗੇ ਜਾ ਕੇ ਗੁਰੂ ਪਾਤਸ਼ਾਹ ਜੀ ਬੈਠ ਜਾਂਦੇ। ਬਾਦਸ਼ਾਹ ਦੇ ਜਿੱਥੇ ਰਾਜ ਮਹੱਲ ਬਣਿਆ ਹੋਇਆ, ਰਾਜ ਮਹੱਲ ਦੇ ਅੱਗੇ ਜਾ ਕੇ ਧੰਨ ਗੁਰੂ ਪਾਤਸ਼ਾਹ ਗੁਰੂ ਨਾਨਕ ਸਾਹਿਬ ਟਿਕਦੇ ਹਨ। ਮ੍ਰਿਦ ਹੁਤੇ ਸੰਤ ਅਚੇਤ ਕੀ ਸੇਵਨਾ ਕਰਹੀ ਭੂਪ ਪ੍ਰਜਾ ਏਕੇ ਅਨੁਹਰਹੀ। ਔਰ ਜਦੋਂ ਸਤਿਗੁਰੂ ਪਾਤਸ਼ਾਹ ਜੀ ਉੱਥੇ ਅਗਾਰੀ ਜਾ ਕੇ ਬੈਠਦੇ ਨੇ ਉਹਨਾਂ ਦੇ, ਤੇ ਕਿਸੇ ਨੇ ਵੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਸੇਵਾ ਵੱਲ ਜਾਂ ਮਾਲਕ ਪਾਤਸ਼ਾਹ ਵੱਲ ਕੋਈ ਖਿਆਲ ਨਾ ਕੀਤਾ। ਸਾਰੇ ਆਪਣੇ ਆਪਣੇ ਦੁੱਖਾਂ ਤੇ ਕਸ਼ਟਾਂ ਦੇ ਵਿੱਚ ਉਲਝੇ ਹੋਏ ਨੇ, ਜਿਸ ਕਰਕੇ ਕਵੀ ਜੀ ਜ਼ਿਕਰ ਕਰਦੇ ਬ੍ਰਿੰਦ ਹੁਤੇ ਦਰ ਪਰ ਦਰਵਾਨਾ। ਜਿੰਨੇ ਹੁਣ ਉੱਥੇ ਦਰ ਦੇ ਉੱਤੇ ਦਰਬਾਨ ਖੜੇ ਸਨ, ਦਰ ਦੇ ਉੱਤੇ ਜਿੰਨੇ ਪਹਿਰੇਦਾਰ ਖੜੋਤੇ ਸੀ ਨਾ, ਉਹ ਸਾਰੇ 300 ਸ਼੍ਰੀ ਗੁਰੂ ਬਚਨ ਬਖਾਨਾ, ਉਹਨਾਂ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਫਿਰ ਬਚਨ ਬਖਾਣਦੇ ਹਨ। ਕੈਸੋ ਹੈ ਪਤ ਸ਼ਾਹ ਵਿਲਾਇਤ ਕੇਤਕ ਦੇਤ ਫਕੀਰ ਖਰਾਇਤ। ਤੇ ਸਤਿਗੁਰੂ ਜੀ ਨੇ ਜਿਹੜੇ ਪਹਿਰੇਦਾਰ ਖੜੇ ਸਨ ਨਾ, ਪਹਿਰੇਦਾਰਾਂ ਨੂੰ ਸਵਾਲ ਕੀਤਾ। ਪਹਿਰੇਦਾਰਾਂ ਨੂੰ ਸਵਾਲ ਕਰਦਿਆਂ ਕਹਿੰਦੇ ਭਾਈ ਦੱਸੋ ਤੁਹਾਡਾ ਬਾਦਸ਼ਾਹ ਕਿੱਦਾਂ ਦਾ ਹੈ।
ਵੀ ਬਾਦਸ਼ਾਹ ਤੁਹਾਡਾ ਕਿੱਦਾਂ ਦਾ ਹੈ, ਕੀ ਇਹਨੇ ਕਦੇ ਤੁਹਾਡੀ ਸਹਾਇਤਾ ਕੀਤੀ ਹੈ, ਕੀ ਤੁਹਾਨੂੰ ਕਦੇ ਧਨ ਦੌਲਤ ਕੁਝ ਦਿੱਤਾ ਹੈ, ਜਾਂ ਕਿਸੇ ਲੋੜਵੰਦ ਦੀ ਇਹਨੇ ਮਦਦ ਕੀਤੀ ਹੋਵੇ, ਕੋਈ ਫਕੀਰ ਆਇਆ ਹੋਵੇ, ਕਿਸੇ ਫਕੀਰ ਨੂੰ ਇਹਨੇ ਕੋਈ ਦਿੱਤਾ ਹੋਵੇ। ਵੀ ਉਹ ਸਤਿਗੁਰੂ ਪਾਤਸ਼ਾਹ ਹੁਣ ਉਹਨਾਂ ਪਹਿਰੇਦਾਰਾਂ ਕੋਲੋਂ ਬਾਦਸ਼ਾਹ ਦੇ ਬਾਰੇ ਵਿੱਚ ਪੁੱਛਦੇ ਹਨ ਕੈਸੋ ਨਿਆਓ ਪ੍ਰਜਾ ਕੋ ਕਰੀ ਕਰੁਣਾ ਕ੍ਰੇਤਰ ਦੇ ਮੈਂ ਤਰੀ। ਵੀ ਤੁਹਾਡਾ ਰਾਜਾ ਨਿਆਂ ਕਿੱਦਾਂ ਦਾ ਕਰਦਾ ਹੈ, ਪ੍ਰਜਾ ਦੇ ਨਾਲ ਇਨਸਾਫ ਕਿੱਦਾਂ ਦਾ ਕਰਦਾ ਹੈ, ਕੀ ਇਹਨੇ ਕਦੇ ਕਿਸੇ ਉੱਤੇ ਕਰੁਣਾ ਕੀਤੀ ਹੈ, ਕਰੁਣਾ ਮਤਲਬ ਦਇਆ, ਵੀ ਇਹਨੇ ਕਦੇ ਕਿਸੇ ਉੱਤੇ ਦਇਆ ਕੀਤਾ, ਜੋ ਪ੍ਰਜਾ ਨੇ ਦੇ ਉੱਪਰ ਹੁੰਦਿਆਂ ਵੇਖਿਆ ਉਹਨਾਂ ਨੇ ਸਾਫ਼ ਲਫ਼ਜ਼ ਵਰਤੇ। ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਜੀ ਰਾਜਾ ਤੇ ਸਾਡਾ ਬਹੁਤ ਵੱਡਾ ਹੈ, ਇਹਦੇ ਕੋਲ ਧਨ ਦੌਲਤ ਦੀ ਵੀ ਕੋਈ ਕਮੀ ਨਹੀਂ ਹੈ, ਪਰ ਇਹਨੇ ਨਾ ਤੇ ਕਦੇ ਫਕੀਰ ਨੂੰ ਕੁਝ ਦਿੱਤਾ ਹੈ ਤੇ ਨਾ ਕਦੇ ਕਿਸੇ ਲੋੜਵੰਦ ਦੀ ਸਹਾਇਤਾ ਕੀਤੀ ਹੈ। ਸਗੋਂ ਜਿਹੜੀ ਇਹਦੇ ਰਾਜ ਵਿੱਚ ਪ੍ਰਜਾ ਰਹਿ ਰਹੀ ਹੈ ਨਾ, ਇਹਦੇ ਹੱਥੋਂ ਤੇ ਇਹਦੀ ਪ੍ਰਜਾ ਵੀ ਦੁਖੀ ਹੋਈ ਹੈ, ਇਹਨੇ ਤੇ ਕਦੇ ਪ੍ਰਜਾ ਦੀ ਵੀ ਸਹਾਇਤਾ ਨਹੀਂ ਕੀਤੀ। ਕਾਰੂ ਅਤ ਜ਼ੁਲਮੀ ਪਾਤਸ਼ਾਹ ਕਿਰਪਨ ਵਿਸ਼ਾਲ ਰਹੇ ਤਨ ਚਾਹ। ਕਾਰੂ ਜਿਹੜਾ ਨਾ ਇਹ ਬਹੁਤ ਜ਼ੁਲਮੀ ਬਾਦਸ਼ਾਹ ਹੈ, ਮਤਲਬ ਸਾਡਾ ਬਾਦਸ਼ਾਹ ਬਹੁਤ ਜ਼ੁਲਮੀ ਹੈ। ਜ਼ੁਲਮੀ ਤੇ ਹੈ ਹੀ ਹੈ, ਕੰਜੂਸ ਬਹੁਤ ਹੈ, ਸੂਮ ਬਹੁਤ ਹੈ। ਇੰਨਾ ਕਸੂਮ ਹੈ ਕਿ ਇਹ ਨਾ ਬਸ ਧਨ ਦੀ ਲਾਲਸਾ ਹੀ ਰੱਖੀ ਰੱਖਦਾ ਸਾਰਾ ਦਿਨ, ਮਤਲਬ ਜਦੋਂ ਵੀ ਵੇਖੋ ਇਹ ਕੇਵਲ ਹਿਰਦੇ ਵਿੱਚ ਧਨ ਦੀ ਲਾਲਸਾ, ਧਨ ਪ੍ਰਾਪਤ ਕਰਨ ਦੀ ਇੱਛਾ ਹੀ ਰੱਖਦਾ ਹੈ। ਰੰਚਕ ਦਾਨ ਕਿਸੂ ਨਹਿ ਦੇਈ ਪ੍ਰਜਾ ਸਰਬ ਲੂਟ ਇਨ ਲਈ। ਇਹਨੇ ਕਿਸੇ ਨੂੰ ਦਾਨ ਤੇ ਕੀ ਦੇਣਾ, ਰੰਚਕ ਮਾਤਰ ਵੀ ਕਦੇ ਕਿਸੇ ਨੂੰ ਦਾਨ ਨਹੀਂ ਦਿੱਤਾ। ਇਹਨੇ ਦਾਨ ਦੇਣ ਦੀ ਬਜਾਏ ਸਾਰੀ ਦੀ ਸਾਰੀ ਪ੍ਰਜਾ ਵੀ ਇਹਨੇ ਲੁੱਟ ਲਈ ਹੈ। ਮਤਲਬ ਪ੍ਰਜਾ ਦੇ ਕੋਲ ਵੀ ਇਹਨੇ 1 ਟਕਾ ਰਹਿਣ ਨਹੀਂ ਦਿੱਤਾ, ਕਿਸੇ ਵੀ ਮਨੁੱਖ ਕੋਲ ਇਹਨੇ ਧਨ ਦਾ 1 ਰੁਪਈਆ ਵੀ ਰਹਿਣ ਨਹੀਂ ਦਿੱਤਾ। ਇਸ ਕੋ ਪ੍ਰਾਂਤ ਹਰੂ ਨਹਿ ਜੋ ਦਰਬ ਗੰਜ ਚਾਲੀ ਕੈਸੋ। ਤੇ ਉਸ ਵਕਤ ਨਾ ਕਹਿੰਦੇ ਇਸ ਕੋ ਭਰਾਤ ਹਰੂਨ ਹੈ ਜੋ, ਹੁਣ ਇਹਦਾ ਜਿਹੜਾ ਭਰਾ ਹੈ ਇਹ ਕਾਰੂ ਸੀ, ਉਹ ਹਰੂਨ ਹੈ। ਉਹ ਹਰੂਨ ਜਿਹੜਾ ਨਾ ਇਹਦਾ ਭਰਾ, ਉਹਦੇ ਕੋਲ ਜਿਹੜਾ ਧਨ ਹੈ, ਉਹਦੇ ਕੋਲ ਧਨ ਦੇ ਅੰਬਾਰ ਨੇ ਜਿਹੜਾ ਇਹਦਾ ਭਰਾ ਹੈ, ਪਰ ਇਹਦੀ ਜਿਹੜੀ ਧਨ ਦੀ ਲਾਲਸਾ ਹੈ। ਇਨ ਕੀਨੇ 45 ਗੰਜ ਸਰਬ ਵਿਲਾਇਤ ਮਾਇਆ ਸੰਜ। ਇਹਨੇ ਆਪਣੇ ਭਰਾ ਤੋਂ ਵੀ ਵੱਧ ਕੇ ਲਾਲਚੀ ਹੋ ਕੇ ਇਹਨੇ ਆਪਣੇ ਖਜ਼ਾਨੇ 45 ਕਰ ਲਏ। ਉਹਦੇ ਕੋਲ 40 ਨੇ ਤੇ ਇਹਦੇ ਕੋਲ 45 ਨੇ। ਇਹਨੇ ਜਿਹੜੇ 45 ਖਜ਼ਾਨੇ ਕੀਤੇ ਨੇ ਨਾ, ਇਹਨੇ ਸਾਰੀ ਪ੍ਰਜਾ ਦੇ ਕੋਲੋਂ ਧਨ ਇਕੱਠਾ ਕਰ ਲਿਆ। ਜਿਨ੍ਹਾਂ ਕੋਲ ਜਿੰਨਾ ਧਨ ਸੀ ਇਹਨੇ ਸਾਰਾ ਹੀ ਖੋਲਿਆ, ਕਿਸੇ ਕੋਲ 1 ਟਕਾ ਤੱਕ ਵੀ ਇਹਨੇ ਨਹੀਂ ਛੱਡਿਆ। ਦਾਦ ਪੁਕਾਰ ਨਾ ਸੁਣੇ ਕਛ ਲੇਵੇ ਧਨ ਖੁਸ਼ਵਾਏ। ਇਹ ਨਾ ਕਿਸੇ ਦੀ ਪੁਕਾਰ ਸੁਣਦਾ, ਨਾ ਕਿਸੇ ਦੀ ਅਰਜ਼ੋਈ ਸੁਣਦਾ, ਨਾ ਕਿਸੇ ਦਾ ਦੁੱਖ ਸੁਣਦਾ, ਨਾ ਤਕਲੀਫ ਸੁਣਦਾ। ਜਦੋਂ ਇਹਨੂੰ ਪਤਾ ਲੱਗਦਾ ਵੀ ਕਿਸੇ ਕੋਲ ਧਨ ਹੈ, ਇਹ ਉਹਦੇ ਕੋਲੋਂ ਧਨ ਖੋਹ ਲੈਂਦਾ ਉਹਦੇ ਕੋਲੋਂ ਧਨ। ਉਹਦੀ ਨਾ ਲੋੜ ਪੁੱਛਦਾ, ਨਾ ਜ਼ਰੂਰਤ ਪੁੱਛਦਾ, ਔਰ ਨਾ ਹੀ ਕਿਸੇ ਪ੍ਰਕਾਰ ਉਹਦੀ ਬੇਨਤੀ ਤੇ ਅਰਜ਼ੋਈ ਸੁਣਦਾ। ਬਸ ਉਹਦੇ ਕੋਲੋਂ ਜਾ ਕੇ ਧਨ ਖੋਹ ਲੈਂਦਾ ਹੈ। ਦਇਆਹੀਣ ਦੁਖ ਦੇ ਸਭ ਮਾਨਤ ਬਾਤ ਨਾ ਕਾਏ। ਇਹ ਬੜਾ ਦਇਆਹੀਨ ਹੈ, ਸਾਰਿਆਂ ਨੂੰ ਦੁੱਖ ਦਿੰਦਾ ਹੈ, ਤੇ ਨਾ ਹੀ ਕਦੇ ਇਹਨੇ ਕਿਸੇ ਪ੍ਰਜਾ ਦੇ ਕਿਸੇ ਵੀ ਮਨੁੱਖ ਦੀ ਇਹਨੇ ਬਾਤ ਨਹੀਂ ਸੁਣੀ, ਕਿਸੇ ਦੀ ਕੋਈ ਗੱਲ ਨਹੀਂ ਸੁਣਦਾ। ਬਸ ਦਇਆ ਤੋਂ ਹੀਣ ਹੋਇਆ ਸਾਰਿਆਂ ਉੱਤੇ ਜ਼ੁਲਮ ਤੇ ਅਤਿਆਚਾਰ ਕਰਦਾ ਹੈ। ਦੇਸ਼ ਵਿਲਾਇਤ ਸਗਰੇ ਲੋਕਾ ਅਹ ਦੁਖੀ ਨਿਤ ਧਰ ਉਰ ਸੋਕਾ। ਇਹ ਸਾਰੇ ਨਗਰ ਦੇ ਲੋਕ ਜਿਹੜੇ ਨਾ ਦੁਖੀ ਨੇ ਤੇ ਨੇਤਾ ਪ੍ਰਤੀ ਸੋਚ ਕੇ ਸੋਗ ਵਿੱਚ ਹੀ ਡੁੱਬਦੇ ਨੇ ਵੀ ਇਸ ਕਾਰੂ ਬਾਦਸ਼ਾਹ ਦੇ ਕੋਲੋਂ ਸਾਡਾ ਛੁਟਕਾਰਾ ਕਦੋਂ ਹੋਏਗਾ। ਸਾਰੇ ਇਹਦੇ ਤੋਂ ਹੁਣ ਆਪਣਾ ਛੁਟਕਾਰਾ ਚਾਹੁੰਦੇ ਨੇ ਤੇ ਇਹਦੇ ਕੋਲ ਹੋਣ ਕਰਕੇ, ਇਹਦੇ ਰਾਜ ਵਿੱਚ ਹੋਣ ਕਰਕੇ ਸਾਰੇ ਇਸ ਵਕਤ ਦੁੱਖ ਹੀ ਸਹਿ ਰਹੇ ਹਨ। ਕਿਤੇ ਗ੍ਰਾਮ ਕਰ ਗਏ ਉਜਾਰਾ ਕੇਤਕ ਮਰ ਗਏ ਕਰਤ ਪੁਕਾਰਾ। ਇਹਨੇ ਕਈ ਗ੍ਰਾਮ ਉਜਾੜ ਕੇ ਰੱਖਦੇ ਧਨ ਕਰਕੇ, ਧਨ ਹਾਸਲ ਕਰਨ ਲਈ ਕਈ ਪਿੰਡਾਂ ਦੇ ਪਿੰਡ ਉਜਾੜਦੇ, ਔਰ ਕਈ ਆਪਣੀ ਸਾਰੀ ਜ਼ਿੰਦਗੀ ਪੁਕਾਰ ਕਰਦੇ ਹੀ ਮਰ ਗਏ ਵੀ ਸਾਨੂੰ ਸਾਡੀ ਲੋੜ ਤੇ ਪੂਰੀ ਕਰ ਲੈਣ ਦੇ, ਸਾਡਾ ਧਨ ਸਾਡੇ ਕੋਲ ਰਹਿਣ ਦੇ, ਸਾਨੂੰ ਜ਼ਰੂਰਤ ਹੈ। ਉਹ ਪੁਕਾਰਾਂ ਕਰਦੇ ਹੀ ਮਰ ਗਏ, ਪਰ ਇਹਨੇ ਕਿਸੇ ਨੂੰ ਵੀ ਧਨ ਨਹੀਂ ਦਿੱਤਾ। ਸੁਣ ਕਰ ਤਿਨ ਤੇ ਕਿਰਪਾ ਨਿਦਾਨਾ ਹੁਣ ਬੂਝੇ ਸੋ ਦਰਵਾਨਾ। ਤੇ ਜਦੋਂ ਸਤਿਗੁਰੂ ਜੀ ਨੇ ਉਹਨਾਂ ਦੇ ਕੋਲੋਂ ਸਾਰੀ ਵਾਰਤਾ ਸੁਣੀ ਬਾਦਸ਼ਾਹ ਦੇ ਲੱਛਣ, ਬਾਦਸ਼ਾਹ ਦੇ ਕਰਮ ਕੈਸੇ, ਤੇ ਉਸ ਤੋਂ ਬਾਅਦ ਨਾ ਗੁਰੂ ਨਾਨਕ ਸਾਹਿਬ ਫਿਰ ਦਰਬਾਨਾਂ ਨੂੰ, ਉਹ ਜਿਹੜੇ ਪਹਿਰੇਦਾਰ ਨੇ ਉਹਨਾਂ ਨੂੰ ਪੁੱਛਦੇ ਹਨ ਕੈਸੇ ਦਰਬ ਕੀਨ ਇਕਠਾਈ ਰਾਖਤ ਹੈ ਨਰ ਅਧਿਕ ਦੁਰਾਈ। ਕਹਿੰਦੇ ਵੀ ਗੁਰੂ ਪਾਤਸ਼ਾਹ ਕਹਿੰਦੇ ਵੀ ਦੱਸੋ ਇਹਨੇ ਧਨ ਇਕੱਠਾ ਕਿਵੇਂ ਕੀਤਾ ਸਾਰਾ ਇੱਕ ਥਾਂ ਤੇ, ਵੀ ਕੀ ਮਨੁੱਖ ਇਹਦੇ ਕੋਲੋਂ ਧਨ ਲੁਕੋ ਕੇ ਨਹੀਂ ਰੱਖਦੇ, ਛੁਪਾ ਕੇ ਨਹੀਂ ਰੱਖਦੇ, ਵੀ ਇਹਦੇ ਕੋਲ ਧਨ ਸਾਰਾ ਇਕੱਠਾ ਕਿਵੇਂ ਹੋ ਗਿਆ। ਨਿਸ ਦਿਨ ਬਸਿਓ ਰਹਿਤ ਸੋ ਉਰ ਮੈਂ। ਤੇ ਕਹਿੰਦੇ ਵੀ ਕਿਵੇਂ ਇਹ ਸਾਰਾ ਧਨ ਰੱਖੀ ਕਿੱਦਾਂ ਫਿਰਦਾ, ਕਿੱਥੇ ਰੱਖਿਆ ਹੋਇਆ ਇਹਨੇ, ਧਨ ਗੱਡ ਕੇ ਰੱਖਿਆ ਹੋਇਆ ਕਿਤੇ, ਜਾਂ ਹਰ ਵਕਤ ਧਨ ਦੇ ਉੱਤੇ ਹੀ ਬੈਠਾ ਰਹਿੰਦਾ ਹੈ, ਹਰ ਵਕਤ ਧਨ ਦੀ ਨਿਗਰਾਨੀ ਆਪ ਕਰਦਾ ਹੈ। ਕੌਣ ਰੀਤ ਕਰ ਇਨਹਿ ਸਕੇਲੀ ਆਵਤ ਜਾਤੀ ਹੋਤ ਦੁਹੇਲੀ। ਕਹਿੰਦੇ ਵੀ ਕਿਹੜੇ ਤਰੀਕੇ ਨਾਲ ਇਹਨੇ ਸਾਰਾ ਧਨ ਇਕੱਠਾ ਕੀਤਾ ਹੈ। ਆਉਂਦਿਆਂ ਜਾਂਦਿਆਂ ਦੁੱਖ ਤੇ ਦਿੰਦੀ ਹੋਏਗੀ ਨਾ, ਉਹ ਜਦੋਂ ਧਨ ਆਉਂਦਾ ਹੈ ਜਾਂ ਧਨ ਜਾਂਦਾ ਉਹਨੂੰ ਦੁੱਖ ਤਕਲੀਫ ਤੇ ਜ਼ਰੂਰ ਦਿੰਦਾ ਹੋਵੇਗਾ। ਤਬ ਦਰਵਾਨਣ ਬੈਣ ਬਖਾਨਾ ਸੁਨੋ ਬਾਤ ਦਰਵੇਸ਼ ਮਹਾਨਾ। ਕਹਿੰਦੇ ਹੇ ਦਰਵੇਸ਼ ਜੀਓ, ਵੀ ਆਪ ਜੀ ਨੂੰ ਅਸੀਂ ਦੱਸਦੇ ਹਾਂ ਵੀ ਇਹਨੇ ਧਨ ਕਿਵੇਂ ਇਕੱਠਾ ਕੀਤਾ। ਇੱਕ ਵਾਰ ਤਾਂ ਅਸੀਂ ਤੁਹਾਨੂੰ ਇੱਕ ਵੇਲੇ ਦੀ ਦੱਸਦੇ ਹਾਂ ਵੀ ਇਹ ਧਨ ਦੀ ਖਾਤਰ ਕਿਸੇ ਹੱਦ ਤੱਕ ਡਿੱਗਣ ਲਈ ਤਿਆਰ ਹੈ, ਇਹ ਧਨ ਦੀ ਖਾਤਰ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਹੈ। ਏਕ ਸਮੈ ਕਾਰੂ ਜੋਰਾਈ ਨਿਜ ਵਜ਼ੀਰ ਸਭ ਲੀਨ ਬੁਲਾਈ। ਕਹਿੰਦੇ ਇੱਕ ਵਾਰੀ ਕੀ ਹੋਇਆ ਵੀ ਕਾਰੂ ਬਾਦਸ਼ਾਹ ਜਿਹੜਾ ਨਾ, ਉਹਨੇ ਆਪਣੇ ਸਾਰੇ ਵਜ਼ੀਰਾਂ ਨੂੰ, ਆਪਣੇ ਸਾਰੇ ਅਹਿਲਕਾਰਾਂ ਨੂੰ ਆਪਣੇ ਪਾਸ ਬੁਲਾ ਲਿਆ, ਆਪਣੇ ਕੋਲ ਸੱਦਾ ਦਿੰਦਾ ਹੈ। ਬੂਝਣ ਕਿਨੇ ਬਚਨ ਕਠੋਰਾ ਹੈ ਕਿ ਨਹੀਂ ਧਨ ਔਰੇ ਠੋਰਾ। ਤੇ ਬੜੇ ਕਠੋਰ ਸ਼ਬਦਾਂ ਦੇ ਵਿੱਚ ਬੋਲਦਾ ਹੋਇਆ ਆਪਣੇ ਵਜ਼ੀਰਾਂ ਨੂੰ ਪੁੱਛਦਾ ਵੀ ਦੱਸੋ ਭਾਈ ਤੁਹਾਡੇ ਚ ਧਨ ਕਿਹਦੇ ਕੋਲ ਹੈ। ਤੇ ਉਸ ਵਕਤ ਉਹਦੀ ਕਠੋਰਤਾ ਭਰੀ ਬਾਣੀ ਸੁਣ ਕੇ ਨਾ, ਉਹਦੇ ਬਚਨ ਸੁਣ ਕੇ, ਤੇ ਵਜ਼ੀਰਾਂ ਨੇ ਜਵਾਬ ਦਿੱਤਾ ਵੀ ਰਾਜਨ ਕਿਸੇ ਕੋਲ 1 ਰੁਪਈਆ ਵੀ ਬਾਕੀ ਨਹੀਂ ਹੈ, 1 ਚਾਂਦੀ ਦਾ ਸਿੱਕਾ ਵੀ ਕਿਸੇ ਕੋਲ ਨਹੀਂ ਬਚਿਆ। ਸਰਦ ਮੇਘ ਜਲਹੀਨ ਜਿਉ ਤਿਉ ਲਖ ਦੇਸ਼ਨ ਮਾਹੇ। ਵੀ ਜਿਵੇਂ ਸਾਰੇ ਬੱਦਲ ਵਰਖਾ ਕਰਨ ਤੋਂ ਬਾਅਦ ਜਲਹੀਣ ਹੋ ਜਾਂਦੇ ਨੇ ਨਾ, ਉਸੇ ਤਰ੍ਹਾਂ ਆਪਣੀ ਸਾਰੀ ਪ੍ਰਜਾ ਨੂੰ, ਆਪਣੇ ਸਾਰੇ ਦੇਸ਼ ਨੂੰ ਸਮਝ ਲਓ ਵੀ ਹੁਣ ਇਹਨਾਂ ਕੋਲ ਕਿਸੇ ਕੋਲ ਵੀ ਕੋਈ 1 ਟਕਾ, ਜਿਵੇਂ ਬੱਦਲਾਂ ਕੋਲ 1 ਬੂੰਦ ਨਹੀਂ ਰਹਿੰਦੀ, ਇਹਨਾਂ ਕੋਲ 1 ਚਾਂਦੀ ਦਾ ਸਿੱਕਾ ਕਿਸੇ ਵੀ ਘਰ ਵਿੱਚ ਨਹੀਂ ਰਿਹਾ। ਏਕ ਰਜਤਪਣ ਸਗਰੇ ਦੇਸ਼ਾ ਖੋਜੋ ਪਾਏ ਨਾ ਕਹੂੰ ਨਰੇਸ਼ਾ। ਤੇ ਸਾਰੇ ਦੇਸ਼ ਨੂੰ ਫਿਰ ਨਰੇਸ਼ ਨੇ ਖੁਜਵਾਇਆ, ਸਾਰੇ ਦੇਸ਼ ਵਿੱਚ ਉਹਨੇ ਤਲਾਸ਼ੀ ਕਰਵਾਈ ਵੀ ਜਾ ਕੇ ਵੇਖੋ ਕਿਸੇ ਕੋਲ ਕਿਤੇ ਤੇ 1 ਰਜਤਪਣ ਹੋਏਗਾ, ਜੇ ਹੈ ਕਿਸੇ ਕੋਲ ਤੇ ਉਹ ਰਜਤਪਣ ਵੀ ਉਹਦੇ ਕੋਲੋਂ ਖੋਹ ਲਿਆ। ਉਹ ਸੁਣ ਕਾਰੂ ਨੇ ਜੇ ਸੁਤਾ ਬੁਲਾਈ ਕਹਿਓ ਇਸੇ ਕੋ ਵੇਚੋ ਜਾਈ। ਤੇ ਕਹਿੰਦੇ ਉਹ ਇੱਥੋਂ ਤੱਕ ਡਿੱਗ ਗਿਆ, ਕਾਰੂ ਨੇ ਆਪਣੇ ਪਿਤਾ ਹੋਣ ਦਾ ਵੀ ਲਿਹਾਜ਼ ਨਾ ਰੱਖਿਆ। ਉਹਨੇ ਟਕਾ ਕਢਵਾਉਣ ਵਾਸਤੇ, ਧਨ ਕਢਵਾਉਣ ਵਾਸਤੇ ਆਪਣੀ ਸੁਤਾ ਨੂੰ, ਆਪਣੀ ਬੱਚੀ ਨੂੰ ਬੁਲਾਇਆ, ਤੇ ਆਪਣੀ ਬੱਚੀ ਨੂੰ ਬੁਲਾ ਕੇ ਤੇ ਆਪਣੇ ਜਿਹੜੇ ਸੇਵਕ ਸਨ
ਉਹਨਾਂ ਨੂੰ ਕਹਿ ਦਿੰਦਾ ਵੀ ਜਾਓ ਇਹਨੂੰ ਲੈ ਜਾਓ ਬਾਜ਼ਾਰ ਦੇ ਵਿੱਚ ਤੇ ਜਾ ਕੇ ਮੇਰੀ ਬੱਚੀ ਨੂੰ ਵੇਚ ਆਵੋ। ਏਕ ਰਜਤਪਣ ਜੋ ਨਰ ਦੇਵੈ ਸੋ ਪਤਸ਼ਾਹ ਸਤਾ ਕੋ ਲੇਵੈ। ਤੇ ਜਾ ਕੇ ਬਾਜ਼ਾਰ ਵਿੱਚ ਇਹ ਹੋਕਾ ਦਿਓ ਵੀ ਜਿਹੜਾ ਵੀ ਇੱਕ ਚਾਂਦੀ ਦੀ ਮੋਹਰ ਦੇਗਾ ਇਹ ਬਾਦਸ਼ਾਹ ਦੀ ਧੀ, ਮਤਲਬ ਜੇ ਕਿਸੇ ਨੇ ਲੈਣੀ ਹੈ ਬਾਦਸ਼ਾਹ ਦੀ ਬੱਚੀ ਖਰੀਦਣੀ ਹੈ ਤੇ ਉਹ ਇੱਕ ਚਾਂਦੀ ਦੀ ਮੋਹਰ ਦੇ ਦਿਓ। ਜਿਹੜਾ ਇੱਕ ਚਾਂਦੀ ਦੀ ਮੋਹਰ ਦੇ ਦੇਵੇਗਾ ਉਹ ਬਾਦਸ਼ਾਹ ਦੀ ਇਸ ਧੀ ਨੂੰ, ਸ਼ਹਿਜ਼ਾਦੀ ਨੂੰ ਲੈ ਜਾਵੇਗਾ। ਉਹਨੇ ਇਹ ਢੰਡੋਰਾ ਬਾਜ਼ਾਰ ਵਿੱਚ ਪਿਟਵਾ ਦਿੱਤਾ, ਆਪਣੇ ਸੇਵਕਾਂ ਨੂੰ ਕਹਿ ਕੇ ਤੇ ਆਪਣੀ ਬੱਚੀ ਨੂੰ ਬਾਜ਼ਾਰ ਵਿੱਚ ਵੇਚਣ ਵਾਸਤੇ ਆਖ ਦਿੱਤਾ। ਅਸ ਕਹਿ ਠਾਂਡੀ ਕੀਣ ਬਜਾਰੂ ਚੰਦ ਬਦਨ ਜਿਹ ਲੋਚਨ ਚਾਰੂ। ਹੁਣ ਉਹ ਬਾਦਸ਼ਾਹ ਜਿਹੜਾ ਉਹ ਚਾਹੁੰਦਾ ਤੇ ਇਹ ਆ ਵੀ ਸ਼ਾਇਦ ਕਿਸੇ ਕੋਲ ਕੋਈ ਇੱਕ ਅੱਧਾ ਰਜਤਪਨ ਹੋਵੇ ਤੇ ਉਹ ਮੇਰੀ ਬੱਚੀ ਦਾ ਮੁੱਲ ਲਾਉਣ ਵਾਸਤੇ ਉਹ ਰਜਤਪਨ, ਮਤਲਬ ਤੇ ਸੀ ਵੀ ਕਿਸੇ ਕੋਲ 1 ਰੁਪਈਆ ਵੀ ਨਹੀਂ ਛੱਡਣਾ, ਜੇ ਕਿਸੇ ਕੋਲ ਹੈ ਤੇ ਉਹ ਵੀ ਲੈ ਲੈਣਾ। ਹੁਣ ਉਹਨੇ ਹੈ ਬਾਦਸ਼ਾਹ, ਚਲਾਕੀ ਖੇਡੀ ਉਹਨੇ, ਜਿਸ ਕਰਕੇ ਉਹਨੇ ਇਹ ਕਰਮ ਕੀਤਾ। ਬਾਜ਼ਾਰ ਦੇ ਵਿੱਚ ਬੱਚੀ ਨੂੰ ਦਿੱਤਾ ਭੇਜ, ਸੇਵਕ ਚਲੇ ਗਏ ਵੀ ਜਿਹੜਾ ਇੱਕ ਰਜਤਪਨ ਲਿਆਵੇ ਉਹ ਉਹਨੂੰ ਦੇ ਦਿਓ। ਤੇ ਉਹਨੇ ਇਹ ਸਾਰਾ ਖੇਡ ਕੌਤਕ ਕਰਦਿਆਂ ਹੋਇਆਂ ਆਪਣੀ ਭੈੜੀ ਮੱਤ ਦਾ ਪ੍ਰਗਟਾਵਾ ਕੀਤਾ ਤੇ ਭੈੜੀ ਮੱਤ ਦਾ, ਲਾਲਚੀ ਬਿਰਤੀ ਦਾ ਪ੍ਰਗਟਾਵਾ ਕਰਦਾ ਹੋਇਆ ਆਪਣੀ ਬੱਚੀ ਤੱਕ ਦਾ ਮੁੱਲ ਲਵਾ ਦਿੰਦਾ ਹੈ। ਅਗਾਂਹ ਸਾਰਾ ਕੌਤਕ ਕਿਵੇਂ ਵਾਪਰਦਾ ਹੈ ਆਪ ਸੰਗਤਾਂ ਅਗਲੇ ਦੀਵਾਨਾਂ ਦੇ ਅੰਦਰ ਸਰਵਣ ਕਰੋਗੀਆਂ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।